ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਪੰਜਾਬ ਚਰਚਾ ਦੇ ਵਿੱਚ। ਅਸੀਂ ਹਮੇਸ਼ਾ ਇਹ ਗੱਲ ਕਰਦੇ ਹਾਂ ਕਿ ਆਈਡੀਆਜ਼ ਤਾਂ ਸਭ ਦੇ ਕੋਲ ਹੁੰਦੇ ਨੇ, ਪਰ ਜਦੋਂ ਆਈਡੀਆਜ਼ ਨੂੰ ਇੰਪਲੀਮੈਂਟ ਕਰਨਾ ਹੈ, ਆਈਡੀਆਜ਼ ਦੇ ਉੱਤੇ ਕੰਮ ਕਰਨਾ ਹੈ, ਤਾਂ ਫਿਰ ਕੀ ਹੁੰਦਾ ਕਿ ਉਹਦੇ ਵਾਸਤੇ ਸਾਰੀ ਵਿਉਂਤਬੰਦੀ ਚਾਹੀਦੀ ਆ, ਸਾਰੀ ਯੋਜਨਾ ਚਾਹੀਦੀ ਹੈ, ਸਾਰੀ ਪਲੈਨਿੰਗ ਚਾਹੀਦੀ ਹੈ। ਮੈਂ ਗੱਲ ਕਰ ਰਿਹਾ ਪੰਜਾਬ ਦੀ, ਮੈਂ ਗੱਲ ਕਰ ਰਿਹਾ ਪੰਜਾਬ ਦੇ ਖਜ਼ਾਨੇ ਦੀ, ਮੈਂ ਗੱਲ ਕਰ ਰਿਹਾ ਪੰਜਾਬ ਦੀ ਇਕਨੋਮੀ ਦੀ, ਮੈਂ ਗੱਲ ਕਰ ਰਿਹਾ ਕਿ ਸਾਡੇ ਜੋ CM ਮਾਨ ਨੇ ਉਹ ਸਟੇਟਮੈਂਟਸ ਦੇ ਰਹੇ ਨੇ, ਵੱਡੀਆਂ ਵੱਡੀਆਂ ਗੱਲਾਂ ਵੀ ਕਰ ਰਹੇ ਨੇ, ਪਰ ਇੰਪਲੀਮੈਂਟੇਸ਼ਨ ਕਰਨ ਵਾਸਤੇ ਪੂਰੀ ਵਿਉਂਤਬੰਦੀ ਕਿੱਥੇ ਆ, ਮਾਸਟਰ ਪਲਾਨ ਕਿੱਥੇ ਆ, ਮੈਪ ਕਿੱਥੇ ਆ, ਰੋਡ ਮੈਪ ਜਿਹਨੂੰ ਕਹਿੰਦੇ ਆ ਉਹ ਕਿੱਥੇ ਆ, ਸਾਰੀਆਂ ਯੋਜਨਾਵਾਂ ਕਿੱਥੇ ਨੇ, ਤੇ ਉਹਨਾਂ ਯੋਜਨਾਵਾਂ ਦੀ ਪੂਰਤੀ ਕਰਨ ਵਾਸਤੇ ਫੰਡਸ ਕਿੱਥੇ ਨੇ, ਖਜ਼ਾਨਾ ਕਿੱਥੇ ਹੈ, ਕੌਣ ਇਨਵੈਸਟ ਕਰ ਰਿਹਾ ਹੈ, ਬਾਹਰੋਂ ਕਿਹੜੀਆਂ ਕੰਪਨੀਆਂ ਆ ਰਹੀਆਂ ਨੇ, ਭਾਰਤ ਦੀਆਂ ਕਿਹੜੀਆਂ ਕੰਪਨੀਆਂ ਪੰਜਾਬ ਦੇ ਵਿੱਚ ਇਨਵੈਸਟ ਕਰਨ ਵਾਸਤੇ ਤਿਆਰ ਨੇ, ਪੰਜਾਬ ਸਰਹੱਦੀ ਸੂਬਾ ਹੈ, ਇੱਥੇ ਕਿਹੜੇ ਰਿਸਕ ਨੇ, ਉਸ ਰਿਸਕ ਨੂੰ ਕਿਵੇਂ ਕਵਰ ਅਪ ਕੀਤਾ ਜਾਂਦਾ, ਬਿਜ਼ਨਸਮੈਨ ਨੂੰ ਉਹਦੀ ਰਿਟਰਨ ਦੀ ਕੀ ਗਰੰਟੀ ਹੈ, ਇਨਵੈਸਟਮੈਂਟ ਉੱਤੇ ਉਹਨੂੰ ਪੂਰਾ ਇੰਟਰਸਟ ਮਿਲੇਗਾ, ਉਹਨੂੰ ਪ੍ਰੋਫਿਟਸ ਹੋਣਗੇ, ਇਹਦੀ ਕੀ ਗਰੰਟੀ ਹੈ। ਪੰਜਾਬ ਸਰਕਾਰ ਕਿੰਨੀ ਸਟੇਬਿਲਿਟੀ ਦੇ ਰਹੀ ਹੈ ਆਪਣੇ ਪੰਜਾਬ ਸੂਬੇ ਦੇ ਅੰਦਰ ਕਿ ਕੋਈ ਵਿਦੇਸ਼ੀ ਕੰਪਨੀ ਜਾਂ ਕੋਈ ਭਾਰਤ ਦੀ ਕੰਪਨੀ ਪੰਜਾਬ ਦੇ ਵਿੱਚ ਇਨਵੈਸਟਮੈਂਟ ਕਰਨ ਵਾਸਤੇ ਰੈਡੀ ਹੋ ਜਾਵੇ, ਤਿਆਰ ਹੋ ਜਾਵੇ, ਕਿਉਂਕਿ ਪੋਲੀਟੀਕਲ ਸਟੇਬਿਲਿਟੀ ਚਾਹੀਦੀ ਹੈ, ਫਾਈਨੈਂਸ਼ੀਅਲ ਸਟੇਬਿਲਿਟੀ ਚਾਹੀਦੀ ਹੈ। ਔਰ ਇਸ ਵਕਤ ਅਸੀਂ ਸਾਰੇ ਜਾਣਦੇ ਹਾਂ ਪੰਜਾਬ ਦੇ ਉੱਤੇ ਕਰਜ਼ੇ ਦਾ ਬਹੁਤ ਵੱਡਾ ਬੋਝ ਹੈ। ਅਸੀਂ ਤਨਖਾਹਾਂ ਦੇਣ ਵਾਸਤੇ, ਸਬਸਿਡੀਜ਼ ਦੇਣ ਵਾਸਤੇ, ਪੈਨਸ਼ਨਸ ਦੇਣ ਵਾਸਤੇ ਕਰਜ਼ੇ ਤੇ ਕਰਜ਼ਾ ਲੈ ਰਹੇ ਹਾਂ। ਕੇਂਦਰ ਸਰਕਾਰ ਹੱਥ ਖੜੇ ਕਰ ਦਿੰਦੀ ਹੈ, ਔਰ ਖੇਤੀਬਾੜੀ ਵਾਸਤੇ, ਪੇਂਡੂ ਵਿਕਾਸ ਵਾਸਤੇ ਜਦੋਂ ਅਸੀਂ ਪੈਸੇ ਮੰਗੇ ਤਾਂ ਉਹਨਾਂ ਨੇ ਹੱਥ ਖੜੇ ਕਰ ਦਿੱਤੇ। ਹੋਰ ਵੀ ਕਈ ਯੋਜਨਾਵਾਂ ਨੇ ਜਿਨ੍ਹਾਂ ਵਾਸਤੇ ਹੱਥ ਖੜੇ ਕਰ ਦਿੱਤੇ ਜਾਂਦੇ ਨੇ। ਵੱਖ-ਵੱਖ ਸਕੀਮਾਂ ਤੋਂ ਆਪਾਂ ਦੇਖਦੇ ਹਾਂ ਕਿ ਪੰਜਾਬ ਨੂੰ ਬਾਹਰ ਕੀਤਾ ਜਾਂਦਾ ਹੈ। ਅਸੀਂ ਅਕਸਰ ਇਹ ਸਾਰੀਆਂ ਡਿਸਕਸ਼ਨਸ ਕਰਦੇ ਰਹਿੰਦੇ ਹਾਂ ਕਿ ਪੰਜਾਬ ਨਾਲ ਇਸ ਤਰ੍ਹਾਂ ਦਾ ਵਿਤਕਰਾ ਕਿਉਂ, ਇਸ ਤਰ੍ਹਾਂ ਦਾ ਵਤੀਰਾ ਕਿਉਂ। ਇਹ तमाम ਗੱਲਾਂ ਜੋ ਸਾਡੀ ਇਮੇਜ ਬਣਾਉਂਦੀਆਂ ਨੇ, ਉਹ ਇਹ ਬਣਾਉਂਦੀਆਂ ਨੇ ਕਿ ਬਿਜ਼ਨਸ ਪੁਆਇੰਟ ਆਫ ਵਿਊ ਦੇ ਨਾਲ ਪੰਜਾਬ ਨੂੰ ਸੇਫ ਜ਼ੋਨ ਸਮਝਣਾ ਕਾਫੀ ਰਿਸਕੀ ਹੋ ਸਕਦਾ ਹੈ। ਬਾਹਰ ਦੇ ਮੁਲਕਾਂ ਦੇ ਵੱਖ-ਵੱਖ NRIs ਵਾਸਤੇ, ਵੱਖ-ਵੱਖ ਵੱਡੀਆਂ ਕੰਪਨੀਜ਼ ਵਾਸਤੇ ਔਰ ਇੰਡੀਆ ਦੀਆਂ ਕੰਪਨੀਜ਼ ਵਾਸਤੇ ਜੋ ਇਮੇਜ, ਜੋ ਮਾਹੌਲ ਬਣਿਆ ਹੋਇਆ। ਸੋ ਅਸੀਂ ਉਸ ਬਾਰੇ ਗੱਲਬਾਤ ਕਰਾਂਗੇ ਕਿ ਯਕੀਨਨ ਸਾਡੇ ਸੁਪਨੇ ਬਹੁਤ ਵੱਡੇ ਨੇ, ਅਸੀਂ ਗੱਲਾਂ ਬਹੁਤ ਵੱਡੀਆਂ ਕਰ ਰਹੇ ਹਾਂ, ਪਰ ਉਹ ਸੁਪਨੇ ਪੂਰੇ ਕਰਨ ਵਾਸਤੇ, ਉਹ ਗੱਲਾਂ ਪੂਰੀਆਂ ਕਰਨ ਵਾਸਤੇ ਅਸੀਂ ਖੜੇ ਕਿੱਥੇ ਹਾਂ, ਸਾਡਾ ਸਟੇਟਸ ਕੀ ਹੈ, ਇਸ ਬਾਰੇ ਗੱਲਬਾਤ ਕਰਾਂਗੇ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਪਵਨਦੀਪ ਸ਼ਰਮਾ, ਪੋਲੀਟੀਕਲ ਐਨਾਲਿਸਟ। ਪਵਨ ਜੀ, ਵੈਲਕਮ ਟੂ ਦ ਸ਼ੋ ਪੰਜਾਬ ਚਰਚਾ। संजीव जी और पंजाब मेल USA TV देख रहे नेशनल इंटरनेशनल ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਵਨ ਜੀ, ਅਕਸਰ ਬਜ਼ੁਰਗ ਕਹਿੰਦੇ ਨੇ ਕਿ ਜਿਨ੍ਹਾਂ ਦੇ ਘਰ ਦਾਣੇ ਉਹਨਾਂ ਦੇ ਕਮਲੇ ਵੀ ਸਿਆਣੇ, ਤੇ ਜਿਨ੍ਹਾਂ ਦੇ ਘਰ ਦਾਣੇ ਨਹੀਂ ਹੁੰਦੇ ਉਹ ਸ਼ਾਇਦ ਸਿਆਣੇ ਵੀ ਕਮਲੇ ਹੀ ਗਿਣੇ ਜਾਂਦੇ ਨੇ। ਅਸੀਂ ਅਕਸਰ ਇਸ ਗੱਲ ਦੇਖਦੇ ਹਾਂ। ਪੈਸਾ ਹੋਣਾ ਚਾਹੀਦਾ ਹੈ ਕਿਸੇ ਵੀ ਸਕੀਮ ਨੂੰ ਲਾਗੂ ਕਰਨ ਵਾਸਤੇ, ਪੈਸਾ ਹੋਣਾ ਚਾਹੀਦਾ ਹੈ ਤੁਸੀਂ ਆਪਣੇ ਸੁਪਨਿਆਂ ਨੂੰ ਸੱਚ ਕਰੋ, ਉਹਦੇ ਵਾਸਤੇ ਵਿਉਂਤਬੰਦੀ ਕਰਨ ਵਾਸਤੇ। ਸੋ ਪੰਜਾਬ ਦੀ ਮਾਲੀ ਹਾਲਤ ਬਾਰੇ ਮੈਂ ਤੁਹਾਡਾ ਟੇਕ ਚਾਹਾਂਗਾ। ਪੰਜਾਬ ਦੀ ਮਾਲੀ ਹਾਲਤ ਇਸ ਵਕਤ ਕਿਸ ਤਰ੍ਹਾਂ ਦੀ ਹੈ? ਸੰਜੀਵ ਜੀ, ਇਹ ਵੀ ਬੜਾ ਇੱਕ ਇੰਪੋਰਟੈਂਟ ਵਿਸ਼ਾ ਹੈਗਾ। ਇਸ ਵੇਲੇ ਪੰਜਾਬ ਦੀ ਜਿਹੜੀ ਇਕਨੋਮੀ ਹੈਗੀ ਆ, ਜਿਹੜਾ ਉਹਨਾਂ ਦੇ ਵਿੱਤੀ ਹਾਲਾਤ ਹੈਗੇ ਆ, ਉਹ ਬੜੀ ਡਾਵਾਡੋਲ ਸਥਿਤੀ ਦੇ ਵਿੱਚ ਹੈਗੇ ਆ। ਅਸੀਂ ਜਾਣਦੇ ਹਾਂ ਕਿ ਜਿਹੜੀ ਪੰਜਾਬ ਦੇ ਵਿੱਚ ਇਸ ਵੇਲੇ ਮੌਜੂਦਾ ਗਵਰਨਮੈਂਟ ਹੈਗੀ ਆ, ਉਹਨੇ ਫ੍ਰੀ ਬਾਈਕ ਦਾ ਚਲਨ ਬੜੇ ਵੱਡੇ ਲੈਵਲ ਦੇ ਉੱਤੇ ਚਲਾ ਦਿੱਤਾ ਪੰਜਾਬ ਦੇ ਵਿੱਚ। ਉਹਨਾਂ ਨੇ ਗੱਲ ਕੀਤੀ ਕਿ ਫ੍ਰੀ ਬਿਜਲੀ ਮੁਹੱਈਆ ਕਰਾਵਾਂਗੇ। ਉਹਨਾਂ ਨੇ ਗੱਲ ਕੀਤੀ ਕਿ ਜਿਹੜੀ ਗੈਰੰਟੀਜ਼ ਉਹਨਾਂ ਨੇ ਦਿੱਤੀਆਂ, ਜਿਹਦੇ ਵਿੱਚ ਉਹਨਾਂ ਇਹ ਵੀ ਕਿਹਾ ਸੀ ਕਿ 1000 ਰੁਪਏ ਮਹੀਨਾ ਮਹਿਲਾਵਾਂ ਨੂੰ ਦੇਵਾਂਗੇ, ਬੇਰੁਜ਼ਗਾਰੀ ਭੱਤਾ ਦੇਵਾਂਗੇ, ਔਰ ਬਹੁਤ ਸਾਰੀਆਂ ਇੱਦਾਂ ਦੀਆਂ ਯੋਜਨਾਵਾਂ ਪੰਜਾਬ ਦੇ ਵਿੱਚ ਲੈ ਕੇ ਆਵਾਂਗੇ ਜਿਹਦੇ ਤਹਿਤ ਲੋਕਾਂ ਨੂੰ ਇਕਨੋਮਿਕਲੀ ਮਜ਼ਬੂਤੀ ਜਿਹੜੀ ਹਾਸਲ ਹੋਵੇਗੀ। ਪਰ ਇਹਦੇ ਸਭ ਬਰਾਏ ਸੁਲਟ ਅਸੀਂ ਦੇਖ ਪਾ ਰਹੇ ਹਾਂ ਕਿ ਪੰਜਾਬ ਗਵਰਨਮੈਂਟ ਪਿਛਲੀ ਵਾਰ ਜਿਹੜੇ ਗਵਰਨਮੈਂਟ EMPLOYEES ਹੈਗੇ ਉਹਨਾਂ ਨੂੰ ਆਵਾਂ ਦੇਣ ਲਈ ਵੀ ਜਿਹੜੀ ਹੈ ਉਹ ਸਹਾਇਤਾ ਮੰਗ ਰਹੀ ਸੀ, ਰਾਸ਼ੀ ਵੱਡੇ ਲੈਵਲ ਉੱਤੇ ਮੰਗ ਰਹੀ ਸੀ, ਪੈਸੇ ਮੰਗ ਰਹੀ ਸੀ। ਉਹਨਾਂ ਕੋਲ ਤਨਖਾਹਾਂ ਦੇਣ ਲਈ ਵੀ ਇੱਦਾਂ ਦੀ ਮੁਕੰਮਲ ਸਿਸਟਮ ਨਹੀਂ ਸੀਗੀ। ਜਿਹੜੀ ਪੰਜਾਬ ਸੈਕਟਰੀਏਟ ਨੇ, ਮੁੱਖ ਮੰਤਰੀ ਪੰਜਾਬ ਜਦੋਂ ਭਗਵੰਤ ਸਿੰਘ ਮਾਨ ਬਣੇ, ਬੜਾ ਹਿਊਜ ਵੈਲਕਮ ਕੀਤਾ। ਆਪਣੀ ਬਾਲਕਨੀ ਦੇ ਵਿੱਚ ਖੜੇ ਹੋ ਕੇ ਬੜੇ ਵੱਡੇ ਵੱਡੇ ਨਾਰੇ ਲਾਏ, ਉਹਨਾਂ ਦਾ ਬਹੁਤ ਵੱਡੇ ਖੁਸ਼ਾਮਦੀਦ ਉਹਨਾਂ ਨੂੰ ਕਿਹਾ। ਉਹਨਾਂ ਨੇ ਕੁਝ 3-4 ਮਹੀਨੇ ਬੀਤਣ ਤੋਂ ਬਾਅਦ ਇਹ ਐਲਾਨ ਕੀਤਾ ਸੀ ਕਿ ਫਿਰ ਅਸੀਂ ਇਹਨਾਂ ਦੇ ਖਿਲਾਫ ਧਰਨਾ ਕਰਾਂਗੇ, ਪ੍ਰਦਰਸ਼ਨ ਕਰਾਂਗੇ, ਜਾਂ ਫਿਰ ਆਪਣੀ ਕਲਮ ਛੋੜ ਹੜਤਾਲ ਕਰ ਦੇਵਾਂਗੇ ਜੇ ਸਾਨੂੰ ਟਾਈਮ ਸਿਰ ਤਨਖਾਹਾਂ ਨਹੀਂ ਦੇਣਗੇ। ਸੋ ਇੱਥੋਂ ਹੀ ਸਾਨੂੰ ਸਮਝ ਲੱਗਦਾ ਕਿ ਜੋ ਸਰਕਾਰ ਇਸ ਵੇਲੇ ਦਰਸਾ ਰਹੀ ਹੈ, ਵਿੱਤੀ ਹਾਲਾਤ ਉਹਦੇ ਬਰਾਏ ਉਲਟ ਹੈਗੇ ਆ, ਉਹਨੇ ਮਜ਼ਬੂਤ ਨਹੀਂ ਹੈਗੇ। ਫਿਰ ਲਗਭਗ 18,000 ਕਰੋੜ ਰੁਪਏ ਦਾ ਫਿਰ ਜਿਸ ਟੈਂਡਰ ਦੇ ਵਿੱਚ ਅੱਗੇ ਆ ਕੇ ਇਹਨਾਂ ਨੇ ਕਰਜ਼ਾ ਪੰਜਾਬ ਦੇ ਜਾਣਾ, ਫਿਰ ਸਮਝ ਆਉਂਦੀ ਹੈ ਕਿ ਪੰਜਾਬ ਦਾ ਕਰਜ਼ਾ ਜਿਹੜਾ ਉਹ 3 ਲੱਖ ਕਰੋੜ ਦੇ ਕਰੀਬ ਪਹੁੰਚ ਜਾਣਾ ਹੈ। ਸੋ ਇੱਥੋਂ ਸਮਝ ਆਉਂਦੀ ਹੈ ਕਿ ਪੰਜਾਬ ਦੇ ਰਾਹ ਉਨੇ ਸੁਖਾਲੇ ਨਹੀਂ ਹੈਗੇ।
ਜਿੱਥੇ ਫ੍ਰੀ ਬਾਈਸ ਦੀ ਗੱਲ ਕੀਤੀ ਜਾ ਰਹੀ ਹੈ, ਦੂਜੀਆਂ ਸਟੇਟਾਂ ਦੇ ਵਿੱਚ ਜਾ ਕੇ ਕਿਹਾ ਜਾ ਰਿਹਾ ਬਿਜਲੀ ਮੁਫਤ ਕਰ ਦਿੱਤੀ। ਈਵਨ ਕਈ ਮੈਂ ਲੀਡਰਸ ਜਿਹੜੇ ਸੁਣੇ ਆ ਜਿਹੜੇ ਉੱਥੇ ਜਾ ਕੇ ਵੀ ਕਹਿ ਰਹੇ ਆ ਕਿ ਜਿਹੜੇ ਪੰਜਾਬ ਦੇ ਵਿੱਚ ਮਹਿਲਾਵਾਂ ਨੂੰ ਵੀ 1000 ਰੁਪਏ ਮਹੀਨਾ ਭੱਤਾ ਦੇਣਾ ਸ਼ੁਰੂ ਕਰ ਦਿੱਤਾ ਹੈ ਔਰ ਬੇਰੁਜ਼ਗਾਰਾਂ ਨੂੰ ਵੀ ਦੇ ਸ਼ੁਰੂ ਕਰ ਦਿੱਤਾ ਹੈ ਪੈਸੇ ਦੇਣੇ। ਫਿਰ ਉਹਨਾਂ ਨੇ ਸਰਕਾਰੀ ਨੌਕਰੀਆਂ ਬੜੀ ਵੱਡੀ ਤਾਦਾਦ ਵਿੱਚ ਦੇ ਦਿੱਤੀਆਂ। ਕਰਪਸ਼ਨ ਬੜੀ ਬਿਲਕੁਲ ਜਿਹੜੀ ਉਹਨਾਂ ਨੇ ਐਲੀਮੀਨੇਟ ਕਰ ਦਿੱਤੀ ਹੈ ਪੰਜਾਬ ਵਿੱਚੋਂ। ਇਹ ਕਿਤੇ ਨਾ ਕਿਤੇ ਫਾਲਸ ਪ੍ਰੋਮਿਸਿਸ, ਫਾਲਸ ਜਿਹੜੇ ਇਦਾਂ ਦੇ ਨਤੀਜੇ ਆ, ਇਦਾਂ ਦੀ ਬਿਆਨਬਾਜ਼ੀਆਂ ਦੂਜੀਆਂ ਸਟੇਟਾਂ ਵਿੱਚ ਸਾਨੂੰ ਦੇਖਣ ਨੂੰ ਮਿਲ ਰਹੀਆਂ। ਪਰ ਜੇ ਅਸੀਂ ਪੰਜਾਬ ਦੇ ਜ਼ਮੀਨੀ ਹਕਾਇਕ ਹਾਲਾਤ ਵੇਖਦੇ ਹਾਂ ਤੇ ਇਦਾਂ ਦੀ ਕੋਈ ਵੀ ਗੱਲ ਅਜੇ ਨਹੀਂ ਹੈਗੀ। ਜੇ ਪੰਜਾਬ ਵਿੱਚ ਦੇਖੋ, ਜੇ ਪੰਜਾਬ ਦੀ ਵਿੱਤੀ ਸਥਿਤੀ ਅੱਗੇ ਹੀ ਏਡੇ ਵੱਡੇ ਕਰਜ਼ੇ ਦੇ ਹੇਠ ਹੈਗੀ ਆ ਤੇ ਪੰਜਾਬ ਵਿੱਚ ਬਿਜਲੀ ਜੇ ਫ੍ਰੀ ਕਰ ਦਿੱਤੀ ਗਈ ਤੇ ਸਾਨੂੰ ਪਤਾ PSPCL, PSTCL ਜਿਹੜੇ ਬਿਜਲੀ ਵਿਭਾਗ ਨੇ, ਕਾਰਪੋਰੇਸ਼ਨਸ ਹੈਗੀਆਂ ਨੇ, ਉਹ ਵੀ ਵੱਡੇ ਵਿੱਤੀ ਖਸਾਰੇ ਵੱਲ ਜਾ ਸਕਦੀਆਂ। ਆਉਣ ਵਾਲੇ ਸਮੇਂ ਦੇ ਵਿੱਚ ਉਹ ਕੋਲੈਪਸ ਕਰ ਸਕਦੀਆਂ ਜੀ। ਮੈਂ ਅੱਗੇ ਵੀ ਕਈ ਵਾਰ ਕਈ ਟਾਕਸ ਦੇ ਵਿੱਚ ਗੱਲ ਕੀਤੀ ਕਿ ਸਰਦੀਆਂ ਵਿੱਚ ਪੰਜਾਬ ਸਟੇਟ ਜਿਹੜੀ ਹੈਗੀ ਆ ਨਾਰਥਰਨ ਸਟੇਟਸ ਕੋਲੋਂ ਬਿਜਲੀ ਲੈਂਦੀ ਹੈਗੀ ਆ ਔਰ ਫਿਰ ਇਸ ਦੇ ਬਰਾਬਰ ਉਲਟ ਇਸ ਤਰ੍ਹਾਂ ਹੀ ਆ ਸਰਦੀਆਂ ਦੇ ਵਿੱਚ ਪੰਜਾਬ ਦਿੰਦਾ ਔਰ ਗਰਮੀਆਂ ਦੇ ਵਿੱਚ ਬਿਜਲੀ ਲੈਂਦਾ। ਸੋ ਜਦੋਂ ਪੰਜਾਬ ਦੇ ਵਿੱਚ ਪੀਕ ਲੋਡ ਹੁੰਦਾ, ਜੂਨ ਜੁਲਾਈ ਦਾ ਸਮਾਂ ਹੁੰਦਾ, ਉਦੋਂ ਬਿਜਲੀ ਅਸੀਂ ਖਰੀਦਦੇ ਵੀ ਹੈਗੇ ਆ। ਇਸ ਵੇਲੇ ਬਿਜਲੀ ਦੀ ਲਾਗਤ ਜਿਹੜੀ ਹੈ ਪੰਜਾਬ ਦੇ ਵਿੱਚ ਥੋੜੀ ਘੱਟ ਹੈਗੀ ਆ। ਪਰ ਜੇ ਪੰਜਾਬ ਦੇ ਵਿੱਚ ਜਿਹੜਾ ਮੁਫਤ ਸਬਸਿਡੀ ਲੋਕਾਂ ਨੂੰ ਦਿੱਤੀ ਜਾ ਰਹੀ ਹੈ, ਫ੍ਰੀ ਬਿਜਲੀ ਦਿੱਤੀ ਜਾ ਰਹੀ ਹੈ, ਅਲਟੀਮੇਟਲੀ ਜਿਹੜਾ ਬਿਜਲੀ ਦਾ ਬੋਝ ਹੈਗਾ, ਉਹ ਸਬਸਿਡੀ ਦਾ ਬੋਝ ਹੈਗਾ, ਉਹ ਤੇ ਮਹਿਕਮੇ ਦੇ ਉੱਤੇ ਪੈਣਾ ਹੀ ਹੈ ਤੇ ਉਹ ਦਿਨ ਬ ਦਿਨ 3-3 ਹਜ਼ਾਰ ਕਰੋੜ ਰੁਪਇਆ ਦੇ ਲੈਵਲ ਦੇ ਨਾਲ ਉਹ ਵੱਧ ਰਿਹਾ ਹੈਗਾ। ਤਾਂ ਤੁਸੀਂ ਦੇਖੋ, ਜੇ ਲਗਾਤਾਰ ਇਸ ਤਰ੍ਹਾਂ ਦਾ ਵਿੱਤੀ ਖਸਾਰਾ PSPCL ਦੇ ਉੱਤੇ ਵੱਧਦਾ ਜਾਊਗਾ ਤੇ ਫਿਰ ਉਹ ਸਾਡੇ ਅਦਾਰੇ ਕਿੱਦਾਂ ਸਸਟੇਨ ਕਰਨਗੇ। ਫਿਰ ਇਨ ਦੀ ਐਂਡ ਉਹ ਕੋਲੈਪਸ ਕਰਨਗੇ ਤੇ ਉਸ ਤੋਂ ਬਾਅਦ ਉਹ ਪ੍ਰਾਈਵੇਟ ਹੱਥਾਂ ਨੂੰ ਫਿਰ ਦਿੱਤੇ ਜਾਣਗੇ ਤੇ ਫਿਰ ਇਹ ਲੀਡਰ ਕਹਿਣਗੇ ਕਿ ਜੀ ਪੁਰਾਣੀਆਂ ਸਰਕਾਰਾਂ ਨੇ, ਉਹਨਾਂ ਦੀ ਕਾਰਜ ਪ੍ਰਣਾਲੀ ਠੀਕ ਨਹੀਂ ਸੀ, ਕਾਰਕਰਦਗੀ ਠੀਕ ਨਹੀਂ ਸੀ, ਅਸੀਂ ਲੋਕਾਂ ਨੂੰ ਆਹ ਸਹਾਇਤਾ ਦਿੱਤੀਆਂ, ਆਹ ਸਹੂਲਤਾਂ ਦਿੱਤੀਆਂ, ਪਰ ਫਿਰ ਵੀ ਜਿਹੜਾ ਅਸੀਂ ਆਪਣੇ ਅਦਾਰਿਆਂ ਨੂੰ ਬਚਾਉਣ ਦੇ ਵਿੱਚ ਕਿਤੇ ਨਾ ਕਿਤੇ ਮੱਦੇ ਮੁਕਾਬਲ ਨਹੀਂ ਰਹੇ, ਕਮਜ਼ੋਰ ਰਹੇ ਹਾਂ ਤੇ ਸਾਨੂੰ ਮਜਬੂਰਨ ਜਿਹੜਾ ਇਹ ਪਲੈਨਿੰਗ ਦੇ ਇਸਤੇਮਾਲ ਕਰਨੀਆਂ ਪੈ ਰਹੀਆਂ। ਤੁਸੀਂ ਦੇਸ਼ ਦੇ ਵਿੱਚ ਹੀ ਵੇਖ ਲਓ, ਵੱਡੇ ਵੱਡੇ ਅਦਾਰੇ ਪ੍ਰਾਈਵੇਟ ਹੱਥਾਂ ਦੇ ਵਿੱਚ ਕਿਉਂ ਗਏ? ਜਿਹੜੇ ਦੇਸ਼ ਦੀ, ਜਿਹੜੀ ਸਟੇਟ ਦੀ, ਜਿਹੜੀ ਗਵਰਨਮੈਂਟ ਦੀ ਜ਼ਿੰਮੇਵਾਰੀ ਹੁੰਦੀ ਹੈ ਅਦਾਰਿਆਂ ਨੂੰ ਬਚਾਉਣਾ, ਸਰਕਾਰੀ ਅਦਾਰੇ ਬਣਾਉਣ ਦਾ ਮੇਨ ਮਕਸਦ ਹੀ ਹੁੰਦਾ, ਚਾਹੇ ਹਸਪੀਟਲਸ ਹੋਣ, ਚਾਹੇ ਟੈਲੀਕਾਮ ਸੈਕਟਰ ਦੇ ਵਿੱਚ ਗੱਲ ਹੋਵੇ, ਚਾਹੇ ਬਿਜਲੀ ਬੋਰਡ ਦੀ ਗੱਲ ਹੋਵੇ, ਚਾਹੇ ਹੋਰ ਕਿਸੇ ਵੀ ਮਹਿਕਮੇ ਦੀ ਗੱਲ ਹੋਵੇ, ਉਹਦਾ ਪ੍ਰਮੁੱਖ ਕਾਰਨ ਹੀ ਹੁੰਦਾ ਕਿ ਉਹ ਵੈਲਫੇਅਰ ਸਟੇਟ ਦਾ ਕੰਮ ਕਰਨ, ਲੋਕ ਭਲਾਈ ਦਾ ਕੰਮ ਕਰਨ। ਉਹਨਾਂ ਦਾ ਜਿਹੜਾ ਬੁਨਿਆਦੀ ਮਕਸਦ ਹੈ ਉਸ ਤੋਂ ਕਮਾਈ ਕਰਨਾ ਨਾ ਹੋਵੇ। ਪਰ ਜੇ ਸਰਕਾਰੀ ਅਦਾਰਿਆਂ ਨੂੰ ਫ੍ਰੀ ਬਾਈਸ ਦੇ ਵਿੱਚ ਲੁਟਾਇਆ ਜਾਊਗਾ, ਦਿਨ ਬ ਦਿਨ ਉਹਨਾਂ ਦੇ ਹਾਲਾਤ ਜਿਹੜੇ ਆ ਬੱਤਰ ਕੀਤੇ ਜਾਣਗੇ, ਖੋਖਲੇ ਕੀਤੇ ਜਾਣਗੇ ਤੇ ਉਹ ਸਰਕਾਰੀ ਅਦਾਰੇ ਜ਼ਿਆਦਾ ਲੰਮਾ ਨਹੀਂ ਚੱਲ ਸਕਣਗੇ, ਕੋਲੈਪਸ ਕਰ ਜਾਣਗੇ। ਉਸੇ ਤਹਿਤ ਹੀ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਰੌਲਾ ਤੇ ਇਹ ਚੱਲਦਾ ਹੈ ਕਿ ਬਿਜਲੀ ਮੁਫਤ ਹੋ ਗਈ, ਬਿਜਲੀ ਮੁਫਤ ਹੋ ਗਈ। ਇੰਨੇ ਲੱਖ ਪਰਿਵਾਰਾਂ ਨੂੰ ਜਿਹੜਾ ਬਿਜਲੀ ਦਾ ਬਿੱਲ ਨਹੀਂ ਆ ਰਿਹਾ, ਬੇਸ਼ੱਕ ਨਹੀਂ ਆ ਰਿਹਾ ਹੋਊਗਾ, ਪਰ ਅਸਲੀਅਤ ਇਹ ਹੈ ਕਿ ਉਹਦੇ ਨਾਲ ਜਿਹੜਾ ਪੰਜਾਬ ਦਾ ਇਹ ਪਾਵਰ ਕਾਰਪੋਰੇਸ਼ਨ ਹੈਗੀ ਆ, ਉਹ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਕੋਲੈਪਸ ਨੂੰ ਵੱਲ ਜਾਂਦੀ ਸਾਨੂੰ ਨਜ਼ਰ ਆ ਰਹੀ ਹੈਗੀ ਆ ਤੇ ਫਿਰ ਪੰਜਾਬ ਸਰਕਾਰ ਕੋਲ ਇਦਾਂ ਦਾ ਕੋਈ ਅੱਗੋਂ ਜਵਾਬ ਨਹੀਂ ਹੋਣਾ। ਸੋ ਇਸ ਕਰਕੇ ਜ਼ਿੰਮੇਵਾਰੀ ਤੇ ਇਹ ਸਟੇਟ ਦੀ ਹੁੰਦੀ ਹੈ ਕਿ ਜੇ ਲੋਕਾਂ ਨੂੰ ਕੋਈ ਫ੍ਰੀ ਬਾਈ ਦਿੱਤੀ ਜਾ ਰਹੀ, ਉਹ ਪੈਸੇ ਵੀ ਜਨਰੇਟ ਕੀਤੇ ਜਾਣ। ਜਿਹੜੇ ਇਹ ਹਜ਼ਾਰਾਂ ਕਰੋੜ ਰੁਪਏ, ਲੱਖਾਂ ਕਰੋੜ ਰੁਪਏ ਕਹਿੰਦੇ ਸੀ ਲੀਗਲ ਸੈਂਡ ਮਾਈਨਿੰਗ ਬੰਦ ਹੋਊਗੀ ਤੇ ਅਸੀਂ ਹਾਸਲ ਕਰ ਲਾਂਗੇ, ਉਹੀ ਅਸੀਂ ਲੋਕਾਂ ਦੇ ਵਿੱਚ ਵੰਡ ਦਾਂਗੇ ਤੇ ਫਿਰ ਰੇਤ ਸਸਤੀ ਹੋ ਜਾਏਗੀ, ਫਲਾਣੀ ਆਹ ਸਸਤੀ ਹੋ ਜਾਏਗਾ। ਤੁਸੀਂ ਆਪ ਇਸ ਸਮਾਜ ਦਾ ਹਿੱਸਾ ਹੈਗੇ ਹੋ, ਤੁਸੀਂ ਦੱਸ ਸਕਦੇ ਹੋ ਕਿ ਕਿਤੇ ਰੇਤ ਲੋਕਾਂ ਨੂੰ ਸਸਤੀ ਮਿਲ ਰਹੀ ਹੈ? ਲੋਕਾਂ ਨੂੰ ਤਾਂ ਰੇਤ ਵੈਸੇ ਨਹੀਂ ਮਿਲਦੀ ਤੇ ਕਿੰਨੀ ਮਹਿੰਗੀ ਰੇਤ ਇਸ ਵੇਲੇ ਇਸ ਸਿਸਟਮ ਦੇ ਵਿੱਚ ਸਾਨੂੰ ਮਿਲ ਰਹੀ, ਪੰਜਾਬ ਦੇ ਵਿੱਚ ਮਿਲ ਰਹੀ ਹੈ। ਮਜ਼ਦੂਰ ਆਪਣੇ ਘਰਾਂ ਦੇ ਵਿੱਚ ਬਹਿ ਕੇ ਕੰਸਟਰਕਸ਼ਨ ਦੇ ਕੰਮ ਜਿਹੜੇ ਆ ਬੜੇ ਲੋਅ ਚੱਲ ਰਹੇ ਆ। ਗਰੀਬ ਜਿਹੜਾ ਮਜ਼ਦੂਰ ਵਿਅਕਤੀ ਆ, ਉਹਦਾ ਰੋਜ਼ੀ ਰੋਟੀ ਚਲਾਉਣੀ ਬੜੀ ਔਖੀ ਹੋ ਗਈ ਆ। ਇਹ ਸਾਰਾ ਕੁਝ ਕੀ ਸਮਝ ਆਉਂਦਾ ਕਿ ਕਿਤੇ ਨਾ ਕਿਤੇ ਵਿੱਤੀ ਸੰਕਟ ਜਿਹੜਾ ਪੰਜਾਬ ਦੇ ਵਿੱਚ ਉਹ ਦਿਨ ਬ ਦਿਨ ਵੱਧਦਾ ਜਾ ਰਿਹਾ ਔਰ ਇਹ ਲੀਡਰ ਜਿਹੜੇ ਆ ਫ੍ਰੀ ਬਾਈਸ ਦੀ ਗੱਲ ਕਰ ਰਹੇ ਆ ਔਰ ਪੰਜਾਬ ਦਾ ਪੈਸਾ ਦੂਜੀਆਂ ਸਟੇਟਾਂ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਲਾ ਰਹੇ। ਤੁਸੀਂ ਦੇਖੋ, ਇਹਨਾਂ ਨੇ ਕਿਹਾ ਕਿ ਅਸੀਂ ਜੀ MLAs ਦੀ ਪੈਨਸ਼ਨ ਬੰਦ ਕਰਾਂਗੇ, ਇੱਕ ਪੈਨਸ਼ਨ ਲੈਣਗੇ ਜੀ, ਵੱਧ ਪੈਨਸ਼ਨ ਨਹੀਂ ਲੈਣਗੇ। ਫਿਰ ਕਹਿੰਦੇ ਜੀ ਅਸੀਂ ਇੰਨੇ ਕਰੋੜ ਰੁਪਈਆ ਬਚਾ ਲਿਆ। ਪਰ ਤੁਸੀਂ ਇਹ ਦੇਖੋ ਕਿ ਉਹ ਗੱਲ ਨੂੰ ਪ੍ਰਮੋਟ ਕਰਨ ਵਾਸਤੇ ਜਿੰਨੇ ਪੈਸੇ ਸਾਰੇ ਵਿਧਾਇਕਾਂ ਦੀ ਪੈਨਸ਼ਨ ਬੰਦ ਕਰਕੇ ਬਚਾਉਣੇ ਸੀ, ਉਹਨੇ ਪੈਸੇ ਤਾਂ ਇਹਨਾਂ ਨੇ 1 ਮਹੀਨੇ ਦੇ ਵਿੱਚ ਉਹਦੀ ਐਡਵਰਟੀਜ਼ਮੈਂਟ ਦੇ ਉੱਤੇ ਲਾ ਦਿੱਤੇ। ਤੁਸੀਂ ਦੇਖੋ, ਸਾਰੀਆਂ ਸਟੇਟਾਂ ਦੇ ਵਿੱਚ ਐਡਵਰਟੀਜ਼ਮੈਂਟ ਚੱਲਦੇ। ਇੱਥੋਂ ਕੀ ਸਮਝ ਆਉਂਦਾ ਕਿ ਇਹ ਲੀਡਰ, ਇਹ ਸਰਕਾਰਾਂ ਜਿਹੜੀਆਂ ਪੰਜਾਬ ਦੇ ਵਿੱਤੀ ਹਾਲਾਤਾਂ ਨੂੰ ਬਚਾਉਣ ਦੇ ਵਿੱਚ ਉਹਨੀਆਂ ਸਹਿਰਦ ਨਹੀਂ ਹੈਗੀਆਂ। ਸਿਰਫ ਇਹਨਾਂ ਦਾ ਆਪਣਾ ਫੋਕਸ ਹੋਰ ਸਟੇਟਾਂ ਵਿੱਚ ਇਲੈਕਸ਼ਨ ਜਿੱਤਣ ਦਾ ਔਰ ਨੇਸ਼ਨ ਦਾ ਰਾਹ ਬਣਾਉਣ ਦਾ, ਦੇਸ਼ ਦੀ ਰਾਜਨੀਤੀ ਵਿੱਚ ਰੈਲੀਵੈਂਟ ਹੋਣ ਦਾ ਮਕਸਦ ਇਹਨਾਂ ਦਾ ਸਿੱਧਾ ਨਜ਼ਰ ਆ ਰਿਹਾ, ਜੋ ਕਿ ਪੰਜਾਬ ਦੇ
ਆਲ ਇਨ ਆਲ ਪੰਜਾਬ ਇੱਕ ਬਹੁਤ ਵੱਡਾ ਸਟੇਟ ਹੈ, ਬਾਰਡਰ ਸਟੇਟ ਹੈ। ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਮਜ਼ਬੂਤ ਹੋਏਗਾ ਤੇ ਫੋਰਨ ਇਨਵੈਸਟਰ ਆਉਣਗੇ, ਦੇਸ਼ ਦੇ ਵੱਡੇ ਇਨਵੈਸਟਰ ਆਉਣਗੇ। ਪਿਛਲੇ ਸਮੇਂ 'ਚ ਅਸੀਂ ਦੇਖਿਆ ਕਿਸਾਨੀ ਅੰਦੋਲਨ ਚੱਲਿਆ, ਅਡਾਨੀ ਅੰਬਾਨੀ ਦੀ ਬੜਾ ਵੱਡਾ ਵਿਰੋਧ ਹੋਇਆ, ਪਰ ਫਿਰ ਤੁਸੀਂ ਦੇਖਿਆ ਕੁਝ ਸਮੇਂ ਬਾਅਦ ਜਦੋਂ ਅੰਦੋਲਨ ਸ਼ਾਂਤ ਹੁੰਦਾ ਤੇ ਫਿਰ ਸਾਡੇ ਕਿਸਾਨ ਭਰਾ ਜਿਹੜੇ ਉਹਨਾਂ ਦੇ ਪ੍ਰਾਈਵੇਟ ਸੈਲੋਸ ਦੇ ਵਿੱਚ ਜਾ ਕੇ ਆਪਣੀ ਜਾ ਕੇ ਫਸਲ ਨੂੰ ਦਿੰਦੇ ਰਹੇ। ਉਹ ਕਹਿੰਦੇ ਰਹੇ ਇੱਥੇ ਤੇ ਸੁਖਾਲਾ ਹੀ ਬੜਾ, ਜਲਦੀ ਸਾਨੂੰ ਫ੍ਰੀ ਕਰ ਦਿੰਦੇ ਆ, ਪੈਸੇ ਵੀ ਵੱਧ ਮਿਲ ਜਾਂਦੇ ਆ। ਫਿਰ ਇਹ ਸਾਰਾ ਮਿਸਬੈਲੈਂਸ ਕਿੱਥੋਂ ਕਿੱਧਰ ਸਮਝ ਆ। ਅੱਜ ਦੇ ਹਾਲਾਤਾਂ 'ਚ ਵੀ ਭਗਵੰਤ ਸਿੰਘ ਮਾਨ ਉਹਨਾਂ ਦੇ ਘਰ ਲਾਗੇ ਜਿਹੜਾ ਧਰਨਾ ਲੱਗਾ ਹੋਇਆ, ਕੱਲ ਪਰਸੋਂ ਏਡੇ ਵੱਡੇ ਲੈਵਲ ਤੇ ਲਾਠੀਚਾਰਜ ਹੋਇਆ, ਬੇਰੁਜ਼ਗਾਰ ਟੀਚਰ ਆਪਣੀਆਂ ਮੰਗਾਂ ਅਜੇ ਵੀ ਮੰਗ ਰਹੇ। ਪੰਜਾਬ ਦੇ ਵਿੱਚ ਸਰਕਾਰ ਨਾਮ ਦੀ ਚੀਜ਼ ਕੋਈ ਨਜ਼ਰ ਨਹੀਂ ਆ ਰਹੀ। ਉਹ ਦੂਸਰੀਆਂ ਸਟੇਟਾਂ ਦੇ ਵਿੱਚ ਜਾ ਕੇ ਬੈਠ ਕੇ ਦੇਖੋ, ਇਹਨਾਂ ਦਾ ਜੋ ਕਾਰਕਰਦਗੀ ਹੈ, ਜੋ ਤੌਰ ਤਰੀਕਾ ਆ, ਉਹ ਪੰਜਾਬ ਦੇ ਲੋਕਾਂ ਨੂੰ ਕਿਤੇ ਵੀ ਰਾਸ ਨਹੀਂ ਆ ਰਿਹਾ, ਸਿਵਾਏ ਕੁਝ ਉਹ ਮੀਡੀਆ ਚੈਨਲਸ ਜਿਨ੍ਹਾਂ ਨੂੰ ਵੱਡੇ ਲੈਵਲ ਤੇ ਇਹਨਾਂ ਦੀ ਐਡਵਰਟੀਜ਼ਮੈਂਟ ਮਿਲੀ ਹੈ। ਤੁਸੀਂ ਦੇਖੋ ਮੰਤਰੀ ਗਗਨ ਅਨਮੋਲ ਮਾਨ ਦੀਆਂ ਤਸਵੀਰਾਂ ਵਾਇਰਲ ਹੋਣੀਆਂ ਸ਼ੁਰੂ ਹੋਈਆਂ ਕਿ ਉਹਨਾਂ ਨੇ ਆਪ ਹਥਿਆਰਾਂ ਨੂੰ ਉੱਥੇ ਪ੍ਰਮੋਟ ਕੀਤਾ ਹੈ। ਤੇ ਤੁਸੀਂ ਦੇਖੋ ਕੁਝ ਇੱਕ ਚੈਨਲ ਸੀਗੇ ਜਿਹੜੇ ਉਹਨਾਂ ਦੇ ਹੱਕ ਵਿੱਚ ਕੋਈ ਸੈਂਡ ਮਾਫੀਆ ਦੀ ਗੱਲ ਚਲਾਉਣ ਲੱਗ ਗਏ, ਕੋਈ ਹੋਰ ਚਲਾਉਣ ਲੱਗ ਗਏ, ਲੋਕਾਂ ਦਾ ਧਿਆਨ ਵੰਡਣਾ ਸ਼ੁਰੂ ਕਰ ਦਿੱਤਾ। ਸੋ ਸਾਰੇ ਵਿੱਤੀ ਸੈਕਟਰ ਜਿਹੜੇ ਆ ਇਸ ਵੇਲੇ ਸਰਕਾਰ ਦੇ, ਉਹਨਾਂ ਨੇ ਮੀਡੀਆ ਨੂੰ ਖਰੀਦਣ ਵਾਸਤੇ ਮਤਲਬ ਪਹਿਲਾਂ ਕਿਹਾ ਜਾਂਦਾ ਸੀ ਨਾ ਕਿ ਅਖਬਾਰ ਜਿਹੜਾ ਲਿਖ ਕੇ ਵਿਕਦੀ ਹੈ, ਹੁਣ ਉਹ ਕਹਿੰਦੇ ਜੀ ਵਿਕ ਕੇ ਲਿਖਦੀ। ਇਹ ਪਹਿਲਾਂ ਹੀ ਇਹ ਗੱਲ ਜਿਹੜੀ ਆ ਤੈਅ ਹੋ ਜਾਂਦੀ ਹੈ ਕਿ ਅਗਲੇ ਦਿਨ ਕਿਹੜੀ ਚੀਜ਼ ਹੈ ਚਲਾਉਣੀ। ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਦਾ ਆਰਥਿਕ ਬੋਝ ਪੰਜਾਬ ਦੇ ਜਨਤਾ ਦੇ ਪਬਲਿਕ ਐਕਸਚੇਕਰ ਤੇ ਆ, ਪੰਜਾਬ ਦੇ ਲੋਕਾਂ ਦੇ ਉੱਪਰ ਹੈ। ਪੰਜਾਬ ਦੇ ਲੋਕ ਹੁਣ ਪੁਰਾਣੇ ਲੋਕ ਭੋਲੇ ਭਾਲੇ ਲੋਕ ਨਹੀਂ ਰਹੇ, ਹੁਣ ਉਹਨਾਂ ਕੋਲ ਇਨਫੋਰਮੇਸ਼ਨ ਸੋਰਸਿਸ ਬਹੁਤ ਜ਼ਿਆਦਾ ਹੁੰਦੇ ਆ। ਲੋਕ ਅਵੇਅਰ ਹੋ ਗਿਆ, ਕਿਸਾਨੀ ਅੰਦੋਲਨ ਤੋਂ ਬਾਅਦ ਬੜੇ ਇਕਜੁੱਟ ਹੋਏ ਔਰ ਅਵੇਅਰਨੈਸ ਦੇ ਨਾਲ ਭਰਪੂਰ ਲੋਕ ਨੇ। ਲੋਕ ਇਹਨਾਂ ਲੋਕਾਂ ਨੂੰ ਜੇ ਵਿੱਤੀ ਸੰਕਟ ਵਿੱਚ ਪੰਜਾਬ ਨੂੰ ਹੋਰ ਧਕੇਲਣਗੇ ਤੇ ਲੋਕ ਬਿਲਕੁਲ ਇਹਨਾਂ ਦਾ ਵਿਰੋਧ ਵੀ ਕਰਨਗੇ। ਐਗਜ਼ੈਕਟਲੀ ਵਿਰੋਧ ਕਰਨਗੇ। ਬਟ ਇੱਕ ਚੀਜ਼ ਸਮਝਣ ਵਾਲੀ ਇਹ ਹੈ ਕਿ ਪ੍ਰਾਈਵੇਟ ਸੈਕਟਰ ਕਾਮਯਾਬ ਹੋ ਜਾਂਦਾ ਹੈ, ਪਬਲਿਕ ਸੈਕਟਰ ਯਾਨੀ ਕਿ ਗਵਰਨਮੈਂਟ ਦੇ ਆਫਿਸ ਫੇਲ ਹੋ ਜਾਂਦੇ ਨੇ। ਇਹ ਕਿਉਂ? ਕਿਉਂਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਵੀ ਤਾਂ ਉਹੀ ਬੰਦੇ ਕੰਮ ਕਰਦੇ ਪਏ ਨੇ ਜਿਹੜੇ ਗਵਰਨਮੈਂਟ ਸੈਕਟਰ ਦੇ ਵਿੱਚ ਕੰਮ ਕਰਦੇ ਪਏ ਨੇ। ਫਿਰ ਗਵਰਨਮੈਂਟ ਸੈਕਟਰ ਦੇ ਵਿੱਚ ਉਹ ਜਦੋਂ ਕੰਮ ਕਰਦੇ ਨੇ ਉਹੀ ਬੰਦੇ ਫੇਲ ਕਿਉਂ ਹੋ ਜਾਂਦੇ ਨੇ ਤੇ ਪ੍ਰਾਈਵੇਟ ਸੈਕਟਰ ਦੇ ਵਿੱਚ ਉਹੀ ਬੰਦੇ ਕਾਮਯਾਬ ਕਿਉਂ ਹੋ ਜਾਂਦੇ ਨੇ? ਤੁਹਾਨੂੰ ਨਹੀਂ ਲੱਗਦਾ ਕਿ ਕਿਤੇ ਨਾ ਕਿਤੇ ਇਹ ਜੋ ਰੂਲਿੰਗ ਪਾਰਟੀਆਂ ਹੁੰਦੀਆਂ ਨੇ ਜਾਂ ਜੋ ਹੋਰ ਸੱਤਾ 'ਚ ਬੈਠੇ ਹੋਏ ਲੋਕ ਹੁੰਦੇ ਨੇ, ਇਹ ਖੁਦ ਇਹ ਚਾਹੁੰਦੇ ਨੇ ਕਿ ਸਰਕਾਰੀ ਦਫ਼ਤਰ ਪਰਫਾਰਮ ਹੀ ਨਾ ਕਰਨ, ਸਰਕਾਰੀ ਆਫਿਸ ਕੰਮ ਹੀ ਨਾ ਕਰ ਸਕਣ ਔਰ ਇੱਕ ਦਿਨ ਇਸੇ ਬਹਾਨੇ ਨੂੰ ਸਾਹਮਣੇ ਰੱਖ ਕੇ ਇਹਨਾਂ ਸਾਰੇ ਆਫਿਸਿਸ ਨੂੰ, ਇਹਨਾਂ ਸਾਰੇ ਅਦਾਰਿਆਂ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਵੇਚ ਦਿੱਤਾ ਜਾਵੇ ਔਰ ਉਹਦੇ ਵਿੱਚ ਸਾਡਾ ਆਪਣਾ ਕੰਮ ਵੀ ਘਟੇਗਾ ਤੇ ਖਜ਼ਾਨੇ ਨੂੰ ਪ੍ਰੋਫਿਟ ਵੀ ਮਿਲੇਗਾ। ਪਰ ਉਸ ਪ੍ਰੋਫਿਟ ਤੋਂ ਬਾਅਦ ਉਸ ਪੈਸੇ ਦਾ ਫਿਰ ਕੀ ਕਰਨਾ ਹੈ? ਫਿਰ ਉਹੀ ਮਿਸਮੈਨੇਜਮੈਂਟ, ਸਾਰਾ ਪੈਸਾ ਪਤਾ ਨਹੀਂ ਕਿੱਥੇ ਕਿੱਥੇ ਖਿੱਲਰ ਜਾਂਦਾ ਹੈ ਔਰ ਫਿਰ ਖਜ਼ਾਨਾ ਖਾਲੀ। ਫਿਰ ਅਗਲੀ ਕਿਹੜੀ ਗਵਰਨਮੈਂਟ ਅਦਾਰੇ ਦੀ ਬੋਲੀ ਲਵਾਉਣੀ ਹੈ, ਅਗਲੀ ਕਿਹੜੀ ਸਕੀਮ ਬਣਨੀ ਹੈ ਜਿਹਦੇ ਵਿੱਚ ਪ੍ਰਾਈਵੇਟ ਅਦਾਰੇ ਨੂੰ ਸਰਕਾਰੀ ਅਦਾਰਾ ਵੇਚ ਦਿੱਤਾ ਜਾਵੇ, ਫਿਰ ਉਹ ਸਕੀਮ ਘਟਣੀ ਸ਼ੁਰੂ ਹੋ ਜਾਂਦੀ ਹੈ। ਮਤਲਬ ਜਿੱਦਾਂ ਸਵੇਰੇ ਉੱਠ ਕੇ ਇਹ ਸੋਚਣਾ ਹੈ ਕਿ ਅੱਜ ਕੀ ਵੇਚਣਾ ਹੈ ਤੇ ਕਿੱਥੋਂ ਪੈਸੇ ਖੱਟਣੇ ਨੇ, ਉਹ ਸਰਕਾਰੀ ਅਦਾਰੇ ਵੇਚ ਕੇ ਪ੍ਰਾਈਵੇਟ ਲੋਕਾਂ ਨੂੰ ਔਰ ਉਸ ਨੂੰ ਖਜ਼ਾਨੇ ਵਿੱਚ ਰੱਖਣਾ ਹੈ। ਫਿਰ ਅੱਗੋਂ ਫਿਰ ਮਿਸਮੈਨੇਜਮੈਂਟ, ਕਿਉਂਕਿ ਪੈਸਾ ਫਿਰ ਖਿੱਲਰ ਜਾਏਗਾ, ਕੁਝ ਨਹੀਂ ਪਤਾ ਲੱਗਦਾ, ਫਿਰ ਅਗਲੀ ਚੀਜ਼ ਵੇਚਣ ਤੁਰ ਪੈਂਦੇ ਨੇ। ਇੱਦਾਂ ਤੇ ਫਿਰ ਸਰਕਾਰ ਕੁਝ ਵੀ ਨਹੀਂ ਕਰੇਗੀ, ਸਭ ਕੁਝ ਪ੍ਰਾਈਵੇਟ ਹੱਥਾਂ ਦੇ ਵਿੱਚ ਚਲਾ ਗਿਆ ਤੇ ਫਿਰ ਸਰਕਾਰ ਕਾਹਦੇ ਵਾਸਤੇ ਚੁਣਦੇ ਆ? ਸਰਕਾਰ ਕਾਹਦੇ ਵਾਸਤੇ ਬੈਠੀ ਹੈ? ਸਰਕਾਰ ਨੇ ਫਿਰ ਕਰਨਾ ਕੀ ਹੈ? ਸਿਰਫ ਲਾਅ ਐਂਡ ਆਰਡਰ। ਬੜਾ ਇਹ ਵੀ ਤੁਸੀਂ ਵਾਜਬ ਗੱਲ ਕੀਤੀ ਹੈ ਕਿ ਜਿਹੜੀ ਗਵਰਨਮੈਂਟ ਹੁੰਦੀ ਆ ਉਹਦੀ ਜ਼ਿੰਮੇਵਾਰੀ ਇੱਕ ਵੈਲਫੇਅਰ ਸਟੇਟ ਕ੍ਰੀਏਟ ਕਰਨ ਦੀ ਹੁੰਦੀ ਹੈ। ਪਰ ਦਿਨ ਬ ਦਿਨ ਪੰਜਾਬ ਦੇ ਵਿੱਚ ਵੀ ਜਾਂ ਦੇਸ਼ ਦੇ ਵਿੱਚ ਵੀ ਗਵਰਨਮੈਂਟ ਅਦਾਰੇ ਜਿਹੜੇ ਲੋਕਾਂ ਦੀ ਸਹਾਇਤਾ ਲਈ, ਸਹੂਲਤ ਲਈ ਬਣਾਏ ਗਏ ਸੀ, ਉਹਨਾਂ ਦਾ ਵਿੱਤੀ ਖਸਾਰੇ ਦੇ ਵਿੱਚ ਜਾਣਾ, ਫਿਰ ਉਹਨਾਂ ਦਾ ਪ੍ਰਾਈਵੇਟ ਕੰਪਨੀਆਂ ਨੂੰ ਵੇਚਿਆ ਜਾਣਾ, ਇਹ ਕਿਤੇ ਨਾ ਕਿਤੇ ਸਿੱਧਾ ਸਪਸ਼ਟ ਕਲੀਅਰ ਕਰਦਾ ਕਿ ਇੱਕ ਤਾਂ ਜਿਹੜੀ ਨੀਅਤ ਹੁੰਦੀ ਹੈ ਗਵਰਨਮੈਂਟ ਦੀ, ਉਹ ਇਹਦੇ ਵਿੱਚ ਲੋਕਾਂ ਦੇ ਹਿੱਤ ਵੱਲ ਨਹੀਂ ਹੈਗੀ। ਦੂਸਰੀ ਗੱਲ ਇਹ ਹੈਗੀ ਆ ਕਿ ਜਿਹੜੇ ਗਵਰਨਮੈਂਟ ਅਦਾਰੇ ਉਹਨਾਂ ਦੇ ਵਿੱਚ ਕਰਪਸ਼ਨ ਬੜੇ ਵੱਡੇ ਲੈਵਲ ਤੇ ਹੋਣਾ, ਟੌਪ ਨੌਚ ਤੋਂ ਲੈ ਕੇ ਥੱਲੇ ਤੱਕ ਕਰਪਸ਼ਨ ਦਾ ਜਾਣਾ। ਤੁਸੀਂ ਇੱਕ ਉਦਾਹਰਨ ਵਜੋਂ ਮੈਂ ਕਹਿਣਾ ਚਾਹੁੰਦਾ, ਤੁਸੀਂ ਸਰਕਾਰੀ ਬੈਂਕਸ ਦੇ ਵਿੱਚ ਜਾਓਗੇ ਤਾਂ ਤੁਹਾਨੂੰ ਕਦੀ ਕਹਿਣਗੇ ਲੰਚ ਟਾਈਮ ਹੋ ਗਿਆ ਜੀ, ਇੰਨੇ ਵਜੇ ਆਓ, ਕਦੀ ਕਹਿਣਗੇ ਅਕਾਊਂਟ ਖੁਲਾਉਣਾ ਜੀ, ਆਹ ਕਰੋ, ਜਾਓ ਕਾਗਜ਼ ਲੈ ਕੇ ਆਓ, ਆਹ ਕਰੋ, ਉਹ ਕਰੋ। ਪਰ ਉਹਦੇ ਬਰਾਏ ਉਲਟ ਜੇ ਤੁਸੀਂ ਪ੍ਰਾਈਵੇਟ ਬੈਂਕ ਦੇ ਵਿੱਚ ਜਾਂਦੇ ਹੋ ਤੇ ਉਹ ਤੁਹਾਡੇ ਘਰੇ ਸਾਰੀਆਂ ਸਰਵਿਸਿਜ਼ ਤੁਹਾਨੂੰ ਪ੍ਰੋਵਾਈਡ ਕਰਨੀਆਂ ਸ਼ੁਰੂ ਕਰ ਦਿੰਦੇ ਆ ਔਰ ਕੁਇਕਲੀ ਸਾਰੇ ਪ੍ਰੋਸੀਜਰ ਨੂੰ ਅਡਾਪਟ ਕਰਦੇ ਆ। ਗਵਰਨਮੈਂਟ ਅਦਾਰਿਆਂ ਦੇ ਵਿੱਚ ਤਨਖਾਹਾਂ ਕਿੱਥੇ ਲੱਖਾਂ ਰੁਪਏ ਹੋਣਗੀਆਂ, ਹਜ਼ਾਰਾਂ ਰੁਪਏ ਹੋਣਗੀਆਂ, ਤਨਖਾਹ ਵੀ ਬਹੁਤ ਘੱਟ ਹੁੰਦੀ ਆ, ਕੰਮ ਵੀ ਜ਼ਿਆਦਾ ਕਰਦੇ ਆ, ਐਫੀਸ਼ੀਐਂਸੀ ਵੀ ਜ਼ਿਆਦਾ, ਪ੍ਰੋਡਕਟੀਵਿਟੀ ਵੀ ਜ਼ਿਆਦਾ। ਕਿਉਂ? ਪ੍ਰਾਈਵੇਟ ਅਦਾਰਿਆਂ ਦੇ ਵਿੱਚ ਕਰਪਸ਼ਨ ਦਾ ਰੋਲ ਨਹੀਂ ਹੁੰਦਾ ਔਰ ਜਿਹੜੇ ਗਵਰਨਮੈਂਟ ਅਦਾਰੇ ਉਹਦੇ ਵਿੱਚ ਵੱਡੀ ਕਰਪਸ਼ਨ ਦਾ ਰੋਲ ਹੁੰਦਾ। ਤੁਸੀਂ ਦੇਖੋ, ਇਹ ਵੀ ਦੇਖਣ ਦੇ ਵਿੱਚ ਆ ਪਿਛਲੇ ਸਮੇਂ ਦੇ ਵਿੱਚ ਜਿੰਨੇ ਗਵਰਨਮੈਂਟ ਪੰਚਾਇਤੀ
ਕਹਿ ਸਕਦੇ ਆ ਘੁਟਾਲੇ ਹੋਏ ਹੁੰਦੇ ਆ, ਲੋਕਲ ਲੈਵਲ ਦੇ ਉੱਤੇ, ਗ੍ਰਾਸ ਰੂਟ ਲੈਵਲ ਦੇ ਉੱਤੇ ਜਿਹੜੀ ਲੋਕਲ ਗਵਰਨਮੈਂਟਸ ਹੁੰਦੀਆਂ ਦੇ ਘੁਟਾਲੇ ਹੋਏ ਹੁੰਦੇ ਆ, ਤੇ ਉਹ ਬਹੁਤ ਸਾਰੇ ਸਰਕਾਰੀ ਬੈਂਕਾਂ ਦੇ ਨਾਲ ਰਿਲੇਟਡ ਖਾਤਿਆਂ ਵਿੱਚ ਹੀ ਹੁੰਦੇ ਨੇ, ਜਿਹਦੇ ਵਿੱਚ ਕੋਈ ਕਿਸੇ ਦੀ ਗ੍ਰਾਂਟ ਕਢਾ ਕੇ ਲੈ ਗਿਆ, ਕੋਈ ਪਵਾ ਕੇ ਲੈ ਗਿਆ, ਕੋਈ ਖਾਤਾ ਜਾਲੀ ਬਣਾ ਕੇ ਲੈ ਆਇਆ। ਉਹ ਸਾਰੇ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਆ ਉਹ ਗਵਰਨਮੈਂਟ ਦੇ ਨਾਲ ਜੁੜੇ ਹੋਏ ਅਦਾਰੇ ਜ਼ਰੂਰ ਹੁੰਦੇ ਨੇ। ਸੋ ਇਸ ਕਰਕੇ ਫਿਰ ਜੇ ਇਦਾਂ ਦੇ ਪ੍ਰੋਸੀਜਰਸ ਇਹਨਾਂ ਚੀਜ਼ਾਂ ਦੇ ਵਿੱਚ ਹੋਣਗੇ, ਸਿਫਾਰਸ਼ਾਂ, ਕਰਪਸ਼ਨ, ਮੈਲ ਫੰਕਸ਼ਨਿੰਗ, ਫਿਰ ਅਬਿਊਜ਼ ਆਫ ਪਾਵਰ ਹੁੰਦੀ ਆ, ਜਿਹਦੀ ਸਿਫਾਰਿਸ਼ ਹੁੰਦੀ ਆ ਉਹਨੂੰ ਲੋਨ ਮਿਲ ਜਾਂਦੇ ਆ, ਹੋਰ ਕਈ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ। ਕਈ ਲੋਕ ਲੋਨਸ ਦੇ ਵਿੱਚ ਬੜੀਆਂ ਮਤਲਬ ਗੈਰ ਜ਼ਿੰਮੇਦਾਰਾਨਾ ਚੀਜ਼ਾਂ ਕਰਕੇ ਉਲਟ ਕਾਗਜ਼ ਲਾ ਕੇ ਆਪਣੇ ਪ੍ਰੋਸੈਸ ਕਰਾ ਲੈਂਦੇ ਆ। ਉੱਥੋਂ ਵੀ ਫਿਰ ਜਿਹੜੇ ਵਿੱਤੀ ਅਦਾਰੇ ਹੁੰਦੇ ਆ ਉਹ ਸੰਕਟ ਵਿੱਚ ਆਉਂਦੇ ਆ ਜਦੋਂ ਪੈਸਾ ਰਿਕਵਰ ਨਹੀਂ ਕਰ ਪਾਉਂਦੇ। ਤੇ ਫਿਰ ਤੁਸੀਂ ਦੇਖਿਆ ਔਰ ਵੱਡੇ ਵੱਡੇ ਬਿਜ਼ਨਸਮੈਨ ਦੇਸ਼ ਦੇ ਵਿੱਚ ਜਿਹੜੇ ਵਿਦੇਸ਼ਾਂ ਨੂੰ ਭੱਜ ਕੇ ਭਾਰਤ ਦੇ ਲੋਕਾਂ ਦਾ ਪੈਸਾ ਲੈ ਕੇ ਉਹਨਾਂ ਨੇ ਵੀ ਇਦਾਂ ਦੇ ਲੋਕ ਕੋਚ ਬਣਾਏ, ਔਰ ਵੱਡੇ ਲੀਡਰਾਂ ਵੱਲੋਂ ਉਹਨਾਂ ਦੇ ਪਾਸਪੋਰਟ ਰਿਕਮੈਂਡੇਸ਼ਨ ਕੀਤੀ ਗਈ ਕਿ ਇਹਨਾਂ ਨੂੰ ਵਿਦੇਸ਼ ਜਾਣ ਦਿੱਤਾ ਜਾ। ਉਸੇ ਸਮੇਂ ਦੇ ਵਿੱਚ ਤੁਸੀਂ ਦੇਖੋ ਇੱਥੋਂ ਕੀ ਸਾਬਤ ਹੁੰਦਾ ਕਿ ਜਿਹੜਾ ਪੋਲੀਟੀਕਲ ਨੈਕਸਸ ਔਰ ਇਦਾਂ ਦੀ ਚੋਰ ਬਜ਼ਾਰੀ ਕਰਨ ਵਾਲੇ, ਚੋਰ ਮੋਰੀਆਂ ਰੱਖਣ ਵਾਲੇ ਜਾਂ ਚੋਰ ਲੋਕਾਂ ਦਾ ਕਿਤੇ ਨਾ ਕਿਤੇ ਆਪਸ ਦੇ ਵਿੱਚ ਗੱਠਜੋੜ ਹੁੰਦਾ, ਔਰ ਇਨ ਦੀ ਐਂਡ ਜਿਹੜੇ ਗਵਰਨਮੈਂਟ ਅਦਾਰੇ ਜਿਹੜੇ ਗਰੀਬ ਮਜ਼ਲੂਮ ਦੀ ਸਹਾਇਤਾ ਲਈ ਬਣੇ ਹੁੰਦੇ ਉਹ ਕਲੈਪਸ ਕਰ ਦਿੰਦੇ ਆ। ਔਰ ਵੱਡੇ ਲੈਵਲ ਦੇ ਉੱਤੇ ਜੇ ਮੰਨ ਲਓ ਤੁਸੀਂ ਗੱਲ ਕਰੋ, ਜਿਵੇਂ BSNL ਅਦਾਰਾ ਸੀ ਉਹਨੂੰ ਵੀ ਕਿਸ ਤਰ੍ਹਾਂ ਡਿਮੋਲਿਸ਼ ਕੀਤਾ ਗਿਆ, ਬਿਲਕੁਲ ਥੱਲੇ ਲਾ ਕੇ ਦੇਖੋ। ਜਦੋਂ ਕੋਈ BSNL ਦਾ ਇੰਟਰਨੈਟ ਜਾਂ ਫੋਨ ਲਵਾ ਲੈਂਦਾ ਸੀ, ਉਹਦੀ ਰਿਪੇਅਰ ਵੀ ਕਰਾਉਣੀ ਪੈਂਦੀ ਸੀ ਤੇ ਉਹਨੂੰ ਕਈ ਫੋਨ ਕਰਨੇ ਪੈਂਦੇ ਸੀ। ਤੇ ਜਿਹੜੇ ਪ੍ਰਾਈਵੇਟ ਕੰਪਨੀਆਂ ਦੇ ਪਲੇਅਰਸ ਆ ਗਏ ਉਹ ਇੱਕ ਫੋਨ ਦੇ ਉੱਤੇ ਸਾਰਾ ਕੁਝ ਰਿਕਵਰ ਕਰਕੇ ਜਾਂਦੇ ਸੀ, ਸਾਰੀ ਸਰਵਿਸ ਪ੍ਰੋਵਾਈਡ ਕਰਦੇ ਸੀ। ਸੋ ਇੱਥੋਂ ਸਿੱਧਾ ਸਾਨੂੰ ਸਮਝ ਆਉਂਦਾ ਕਿ ਜਿਹੜੇ ਗਵਰਨਮੈਂਟ ਅਦਾਰੇ ਆ ਜਿਨ੍ਹਾਂ ਨੇ ਮੋਨੀਟਰ ਕਰਨੇ ਹੁੰਦੇ ਆ, ਜਿਨ੍ਹਾਂ ਨੇ ਕਰਪਸ਼ਨ ਰੋਕਣੀ ਹੁੰਦੀ ਆ, ਜਿਨ੍ਹਾਂ ਨੇ ਉਹਨਾਂ ਨੂੰ ਸਟਰੈਂਥਨ ਕਰਨਾ ਹੁੰਦਾ, ਉਹ ਬਦਨੀਅਤੀ ਦੇ ਨਾਲ ਇਹ ਸਾਰੀਆਂ ਗੱਲਾਂ ਦਾ ਇੱਕ ਨੈਟਵਰਕ ਹੈ ਉਹਨੂੰ ਤੋੜ ਦਿੰਦੇ ਆ ਤੇ ਉਹਦੇ ਨਾਲ ਉਹ ਅਦਾਰਾ ਕਲੈਪਸ ਹੁੰਦਾ ਤੇ ਫਿਰ ਆਟੋਮੈਟਿਕਲੀ ਲੋਕ ਪ੍ਰਾਈਵੇਟ ਅਦਾਰਿਆਂ ਵੱਲ ਜਾਣਾ ਜ਼ਿਆਦਾ ਪਸੰਦ ਕਰਦੇ ਆ। ਇਸੇ ਤਰੀਕੇ ਨਾਲ ਹਸਪੀਟਲ ਆ, ਲੀਡਰਸ ਗੱਲ ਕਰਦੇ ਆ ਵੱਡੀ ਅਸੀਂ ਸਿਹਤ ਸੁਵਿਧਾਵਾਂ ਜਿਹੜੀਆਂ ਇਹ ਦੇ ਰਹੇ ਆ, ਫਲਾਣੀਆਂ ਦੇ ਰਹੇ ਆ। ਮੈਂ ਅੱਜ ਵੀ ਤੁਹਾਨੂੰ ਕਹਿਣਾ ਕਿ ਪੰਜਾਬ ਦੇ ਵਿੱਚ ਵਧੇਰੇ ਵੱਡੇ ਇਹੋ ਜਿਹੇ ਹਸਪੀਟਲ ਜਿੱਥੇ ਵੀਲਚੇਅਰ ਅਵੇਲੇਬਲ ਨਹੀਂ ਹੈਗੀ, ਜਿੱਥੇ ਵੀਲਚੇਅਰ ਸਿਰਫ VVIP ਬੰਦੇ ਨੂੰ ਦਿੱਤੀ ਜਾਂਦੀ ਹੈ, ਆਮ ਬੰਦੇ ਨੂੰ ਵੀਲਚੇਅਰ ਨਹੀਂ ਮਿਲਦੀ। ਲੋਕ ਮੋਢਿਆਂ ਤੇ ਚੱਕ ਕੇ ਉਹਨੂੰ ਲਿਜਾ ਰਹੇ ਹੁੰਦੇ ਆ। ਚਾਹੇ ਅੰਮ੍ਰਿਤਸਰ ਦੇ ਵੱਡੇ ਹਸਪਤਾਲਾਂ ਦੀ ਗੱਲ ਹੋਵੇ, ਪਿੱਛੇ ਜੇ ਅਸੀਂ ਦੇਖਿਆ ਕਿ ਪਟਿਆਲੇ ਦੇ ਵਿੱਚ ਰਜਿੰਦਰਾ ਹਸਪਤਾਲ ਦੇ ਵਿੱਚ ਵੀ ਇੱਕ ਪੇਸ਼ੈਂਟ ਜਿਹਨੂੰ ਇੱਕ ਗਲੂਕੋਸ ਡ੍ਰਿਪ ਲੱਗੀ ਹੋਈ ਆ ਤੇ ਉਹ ਬੰਦਾ ਰੇਂਗ ਕੇ ਫਰਸ਼ ਦੇ ਉੱਤੇ ਜਾ ਰਿਹਾ ਸੀਗਾ। ਸੋ ਇਹ ਕਿਉਂ? ਫਿਰ ਇਸੇ ਕਰਕੇ ਜੇ ਇਹਦੇ ਬਰਾਏ ਸੁਲਟ ਜੇ ਪ੍ਰਾਈਵੇਟ ਹਸਪਤਾਲ ਹੁੰਦਾ ਤੇ ਉਹਨਾਂ ਦੀ ਕੀਮਤ ਵੱਧ ਹੁੰਦੀ ਆ, ਪੈਸੇ ਜ਼ਿਆਦਾ ਕਮਾਉਂਦੇ ਆ, ਫਿਰ ਉਹ ਸਰਵਿਸਿਜ਼ ਵੀ ਲੋਕਾਂ ਨੂੰ ਪ੍ਰੋਵਾਈਡ ਕਰਦੇ। ਗਵਰਨਮੈਂਟ ਜੇ ਲੋਕਾਂ ਨੂੰ ਸਰਵਿਸ ਨਹੀਂ ਦੇਗੀ ਤੇ ਲੋਕਾਂ ਦਾ ਮੋਹ ਭੰਗ ਹੋਏਗਾ, ਆਟੋਮੈਟਿਕਲੀ ਫਿਰ ਉੱਥੇ ਇਲਾਜ ਨਹੀਂ ਕਰਾਉਣ ਜਾਣਗੇ, ਫਿਰ ਉਹ ਪ੍ਰਾਈਵੇਟ ਵੱਲ ਹੀ ਭੱਜਣਗੇ। ਇਸੇ ਤਰੀਕੇ ਨਾਲ ਗਵਰਨਮੈਂਟ ਸਿਸਟਮ ਕਲੈਪਸ ਕਰਦੇ ਜਾਣਗੇ ਔਰ ਪ੍ਰਾਈਵੇਟ ਜਿਹੜੇ ਉਹ ਦਿਨ ਬ ਦਿਨ ਤੱਕ ਉਦੋਂ ਵੱਡੇ ਹਸਪਤਾਲਾਂ 'ਚ ਦਾਖਲ ਹੁੰਦੇ। ਕਿਹੜਾ ਲੀਡਰ ਆ ਜਿਹੜਾ ਮੁਹੱਲਾ ਕਲੀਨਿਕ ਤੋਂ ਦਵਾਈ ਲੈਂਦਾ? ਕਿਹੜਾ ਲੀਡਰ ਆ ਜਿਹੜਾ ਗਵਰਨਮੈਂਟ ਦੇ ਸੈਟੇਲਾਈਟ ਹਸਪਤਾਲ ਤੋਂ ਜਾਂ ਇਦਾਂ ਦੇ ਸਰਕਾਰੀ ਅਦਾਰਿਆਂ ਤੋਂ ਲੈਂਦਾ ਜਦੋਂ ਉਹਨਾਂ ਨੇ ਆਪ ਨਹੀਂ ਜਾਣਾ? ਕਿਹੜੇ ਅਫਸਰ ਦੇ ਬੱਚੇ ਸਰਕਾਰੀ ਅਦਾਰਿਆਂ ਵਿੱਚ ਪੜ੍ਹਦੇ ਹੋਣਗੇ? ਕੋਈ ਮੈਨੂੰ ਦਿਖਾ ਦਿਓ, ਕੋਈ ਡਿਪਟੀ ਕਮਿਸ਼ਨਰ ਹੋਵੇ, IAS IPS ਸਿਵਲ ਸਰਵੈਂਟ ਹੋਵੇ, ਉਹਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਹੋਣ। ਜਦੋਂ ਉਹਨਾਂ ਦੇ ਆਪ ਦੇ ਬੱਚੇ ਜਾਣਗੇ ਤੇ ਫਿਰ ਉਹ ਸਕੂਲਾਂ ਨੂੰ ਜ਼ਿਆਦਾ ਸਟਰੈਂਥਨ ਕਰਨਗੇ, ਸਾਫ਼ ਸਫਾਈ ਦਾ ਧਿਆਨ ਰੱਖਣਗੇ, ਖਾਣ ਪਾਣ ਦਾ ਧਿਆਨ ਰੱਖਣਗੇ। ਜਦੋਂ ਆਪ ਉਹਨਾਂ ਨੂੰ ਬਾਈਕਾਟ ਕਰਨਗੇ ਤੇ ਗਰੀਬ ਦਾ ਬੱਚਾ ਉੱਥੇ ਜਾਂਦਾ ਤੇ ਫਿਰ ਉਹਦੀ ਸੁਣਵਾਈ ਕੋਈ ਨਹੀਂ, ਉਹਦੀ ਸਾਫ਼ ਸਫਾਈ ਕੋਈ ਨਹੀਂ, ਉਹਦੀ ਪੜ੍ਹਾਈ ਕੋਈ ਨਹੀਂ, ਉਹਦਾ ਰੋਟੀ ਪਾਣੀ ਕੋਈ ਨਹੀਂ। ਕੋਵਿਡ ਦੇ ਦਿਨਾਂ ਵਿੱਚ ਹਰ ਸਟੂਡੈਂਟ ਨੂੰ ਕਿਹਾ ਗਿਆ ਜੀ ਮਾਸਕ ਪਾਉਣਾ, ਪਰ ਮੈਂ ਕਈ ਜਗ੍ਹਾ ਤੇ ਇਦਾਂ ਦੇ ਵਿਦਿਆਰਥੀ ਦੇਖੇ ਪੇਂਡੂ ਇਲਾਕਿਆਂ ਦੇ ਵਿੱਚ, ਗਰੀਬ ਇਲਾਕਿਆਂ ਦੇ ਵਿੱਚ, ਜਿੱਥੇ ਉਹਨਾਂ ਦੇ ਮਾਸਕ ਤੇ ਸੀਗਾ ਪਰ ਉਹਨਾਂ ਦੇ ਪੈਰਾਂ ਦੇ ਉੱਤੇ ਜੁੱਤੀ ਨਹੀਂ ਸੀ। ਹੁਣ ਸਟੇਟ ਦਾ ਲਾਅ ਤੇ ਇਹ ਕਹਿੰਦਾ ਕਿ ਮਾਸਕ ਪਾਵੇ, ਦੇਸ਼ ਦਾ ਕਾਨੂੰਨ ਤੇ ਇਹ ਕਹਿੰਦਾ ਮਾਸਕ ਪਾਵੇ, ਪਰ ਜਿਹੜਾ ਸਟੇਟ ਦੀ ਡਿਊਟੀ ਆ ਕਿ ਗਰੀਬ ਦੇ ਪੈਰ 'ਚ ਜੁੱਤੀ ਹੋਵੇ, ਉਹ ਕਿਸੇ ਨੇ ਆਪਟ ਨਹੀਂ ਕੀਤੀ। ਉਸ ਗੱਲ ਵੱਲ ਕਿਸੇ ਨੇ ਧਿਆਨ ਨਹੀਂ ਕੀਤਾ। ਇਹ ਪ੍ਰਮੁੱਖ ਕਾਰਨ ਹੈਗੇ ਬਦਨੀਤੀ, ਕਰਪਸ਼ਨ ਔਰ ਮੈਲ ਫੰਕਸ਼ਨਿੰਗ ਔਰ ਅਬਿਊਜ਼ ਆਫ ਪਾਵਰ ਜਦੋਂ ਹੁੰਦੀ ਹੈ ਉਹਦੇ ਨਾਲ ਇਦਾਂ ਦੀਆਂ ਗਲਤ ਰੀਤੀਆਂ ਰਿਵਾਜਾਂ ਜਿਹੜੀਆਂ ਉਹ ਵੱਧਦੀਆਂ, ਜਿਹਦੇ ਨਾਲ ਅਦਾਰੇ ਜਿਹੜੇ ਅਲਟੀਮੇਟਲੀ ਡੁੱਬ ਜਾਂਦੇ ਆ, ਕਲੈਪਸ ਹੋ ਜਾਂਦੇ ਆ ਤੇ ਫਿਰ ਹਰ ਚੀਜ਼ ਪ੍ਰਾਈਵੇਟ ਪਲੇਅਰ ਦੇ ਹੱਥ ਦਿਨ ਬ ਦਿਨ ਆਈ ਜਾਂਦੀ ਹੈ। ਲੋਕਾਂ ਦਾ ਸ਼ੋਸ਼ਣ ਹੋ ਹੀ ਜਾਂਦਾ। ਤੁਸੀਂ ਦੇਖੋ ਪ੍ਰਾਈਵੇਟ ਅਦਾਰੇ, ਪ੍ਰਾਈਵੇਟ ਸਕੂਲ ਹੋਣ, ਕਈ ਜਗ੍ਹਾ ਤੇ ਉਹਨਾਂ ਕੋਲ ਪਹਿਲਾਂ ਹੀ ਐਡਵਾਂਸ ਚੈੱਕ ਲੈ ਲਿਆ ਜਾਂਦਾ, ਪਿੱਛੋਂ ਤਨਖਾਹ ਜ਼ਿਆਦਾ ਆਉਂਦੀ ਹੈ ਤੇ ਜ਼ਿਆਦਾ ਤਨਖਾਹ ਆਉਂਦੀ ਹੈ ਪਰ ਉਹਨਾਂ ਨੂੰ ਬਾਅਦ ਦੇ ਵਿੱਚ ਘੱਟ ਪੈਸੇ ਜਿਹੜੇ ਦਿੱਤੇ ਜਾਂਦੇ। ਕਿਹਾ ਜਾਂਦਾ ਅਸੀਂ ਜੇ ਤੁਹਾਡੇ 20,000 ਆਏ ਤੇ ਤੁਹਾਨੂੰ ਅਸੀਂ 15,000 ਹੀ ਦੇਣਾ, ਜੇ ਤੁਸੀਂ ਲੈਣਾ ਚਾਹੁੰਦੇ ਹੋ ਤੇ ਇੱਥੇ ਕੰਮ ਕਰ ਲਓ, ਨਹੀਂ ਚਾਹੁੰਦੇ ਤੇ ਜਾਓ, ਸਾਡੇ ਕੋਲ ਹੋਰ ਬੜੇ ਕੰਮ ਕਰਨ ਵਾਲੇ। ਸੋ ਇਦਾਂ ਪ੍ਰਾਈਵੇਟ ਅਦਾਰਿਆਂ ਵਿੱਚ ਬੰਦਿਆਂ ਦੀ ਐਕਸਪਲੋਇਟੇਸ਼ਨ ਕਰਨਾ, ਇਹ ਚੀਜ਼ਾਂ ਦੇ ਉੱਤੇ ਰੋਕਥਾਮ ਜਿਹੜੀ ਆ ਸਰਕਾਰਾਂ ਵੱਲੋਂ ਨਾ ਲਾ ਪਾਉਣਾ, ਗਵਰਨਮੈਂਟ ਅਦਾਰਿਆਂ ਨੂੰ ਉਸ ਤਰ੍ਹਾਂ ਸਟਰੈਂਥ ਨਾ ਕਰ ਪਾਉਣਾ, ਬਿਲਡਿੰਗਾਂ
ਜੇ ਟੁੱਟ ਰਹੀਆਂ ਤੇ ਟੁੱਟ ਰਹੀਆਂ, ਉਹਨੂੰ ਕੋਈ ਮੇਨਟੇਨ ਨਹੀਂ ਕਰ ਰਿਹਾ, ਅਲਟੀਮੇਟਲੀ ਫਿਰ ਕੋਈ ਪ੍ਰਾਈਵੇਟ ਲੈਂਡ ਉਹਨੂੰ ਖਰੀਦੇਗੀ, ਜਾਂ ਉੱਥੇ 5 ਸਟਾਰ ਹੋਟਲ ਬਣ ਜਾਏਗਾ, ਜੀ ਜਾਂ ਫਿਰ ਉੱਥੇ ਕਾਲੋਨੀ ਕੱਟੀ ਜਾਏਗੀ, ਤੇ ਉਹ ਅਲਟੀਮੇਟਲੀ ਕਿਹਦੀ ਹੋਏਗੀ? ਕਿਸੇ ਪ੍ਰਾਈਵੇਟ ਬੰਦੇ ਦੀ ਹੋਏਗੀ, ਫਿਰ ਉਹ ਮਾਲਾ ਮਾਲ ਹੋਏਗਾ। ਪਰ ਜਿਹੜੇ ਇਹਨਾਂ ਅਦਾਰਿਆਂ ਨੇ ਗਰੀਬ ਮਜ਼ਲੂਮ ਨੂੰ ਜਾਂ ਆਮ ਨਾਗਰਿਕ ਨੂੰ ਜਾਂ ਲੋਅਰ ਮਿਡਲ ਕਲਾਸ ਨੂੰ ਜਾਂ ਮਿਡਲ ਕਲਾਸ ਨੂੰ ਜਿਹੜਾ ਰਿਲੀਫ ਪਹੁੰਚਾਉਣਾ ਸੀ, ਉਹ ਸਾਰਾ ਹੀ ਬੰਦ ਹੋ ਜਾਊਗਾ। ਫਿਰ ਉਹ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਜਾਣਗੇ। ਜੇ ਮੈਡੀਕਲ ਇਨਫਰਾਸਟ੍ਰਕਚਰ ਦੀ ਗੱਲ ਕਰੀਏ, ਉੱਥੇ ਜਾਣਗੇ। ਜਿਹੜਾ ਮਾਸਕ ਬਾਹਰੋਂ 2 ਰੁਪਏ ਦਾ ਮਿਲਣਾ ਤੇ ਪ੍ਰਾਈਵੇਟ ਅਦਾਰਿਆਂ ਵਿੱਚੋਂ ਤੁਹਾਨੂੰ 40 ਰੁਪਏ ਦਾ ਮਿਲਣਾ, ਤੇ ਕਿੰਨਾ ਫਿਰ ਉਸ ਦੇ ਵਿੱਚ ਫਰਕ ਆ ਜਾਣਾ। ਫਿਰ ਜਿਹੜੀ ਮਸਨੂਈ ਮਹਿੰਗਾਈ ਪੈਦਾ ਹੋ ਜਾਣੀ ਹੈ, ਲੋਕਾਂ ਨੇ ਕਹਿਣਾ ਤੌਬਾ ਤੌਬਾ ਕਰਨੀ ਹੈ, ਇਲਾਜ ਥੋਥਨੇ ਰਹਿ ਜਾਣਗੇ। ਸੋ ਇਹ ਸਾਰੀਆਂ ਗੱਲਾਂ ਸੰਜੀਵ ਜੀ, ਜਿਹੜਾ ਵਿਸ਼ਾ ਤੁਸੀਂ ਚੁਣਿਆ, ਇਹ ਬੜਾ ਚਿੰਤਾ ਦਾ ਵਿਸ਼ਾ ਹੈਗਾ। ਅੱਜ ਮੈਂ ਡੇਟਾ ਦੇ ਵਿੱਚ ਤਾਂ ਨਹੀਂ ਗਿਆ ਕਿ ਕਿਹੜੇ ਸੈਸ਼ਨ ਦੇ ਵਿੱਚ, ਕਿਹੜੇ ਟੈਨਿਓਰ ਦੇ ਵਿੱਚ ਕਿੰਨਾ ਰੈਵਨਿਊ ਲਾਸ ਪੰਜਾਬ ਦਾ ਹੋਇਆ, ਜਾਂ ਕਿੰਨੇ ਵਿੱਤੀ ਖਸਾਰੇ ਹੋਏ, ਜਾਂ ਪੰਜਾਬ ਇਸ ਵੇਲੇ ਕੀ ਸਟ੍ਰੈਟਜੀ ਬਣਾ ਰਿਹਾ, ਅੱਗੋਂ ਲੋਨ ਕੀ ਲੈਣਾ। ਪਰ ਅਲਟੀਮੇਟਲੀ ਇਹਨਾਂ ਕੋਲ ਜੋ ਗੱਲਾਂ ਇਹਨਾਂ ਨੇ ਕੀਤੀਆਂ ਸੀ, ਉਹ ਫ੍ਰੀ ਬਾਈਜ਼ ਨੂੰ ਲੋਕਾਂ ਦੇ ਸਮਕਸ਼ ਰੱਖਣ ਲਈ, ਦੇਖੋ ਚੁਣਾਵ ਆਉਣੇ, ਅੱਗੋਂ ਲੋਕਲ ਬਾਡੀ ਦੇ ਕਾਉਂਸਲਰਸ ਬਣਾਉਣਾ, ਲੋਕਾਂ ਜੀ ਜੀ ਨੂੰ ਹਰ ਪਾਰਟੀ ਵਿੱਚ ਆਪਣੇ ਹਿੱਸਾ ਲੈਣਾ, ਤੇ ਲੋਕਲ ਗਵਰਨਮੈਂਟ ਦੇ ਜਦੋਂ ਚੁਣਾਵ ਹੋਣੇ, ਉਹਦੇ ਵਿੱਚ ਵੀ ਇਹ ਜੇ ਇਹਨਾਂ ਨੇ ਜਾਣਾ ਆਮ ਆਦਮੀ ਪਾਰਟੀ ਨੇ, ਤੇ ਇਹਨਾਂ ਨੂੰ ਜਿਹੜੇ ਕੁਝ ਵਾਅਦੇ ਦਿੱਤੇ ਉਹ ਵੀ ਪੂਰਾ ਕਰਨ ਵੱਲ ਇਹਨਾਂ ਨੂੰ ਕਰਨਾ ਪੈਣਾ। ਨਹੀਂ ਤੇ ਲੋਕਾਂ ਨੇ ਇਹਨਾਂ ਕੋਲੋਂ ਹਿਸਾਬ ਮੰਗਣਾ, ਮਹਿਲਾਵਾਂ ਨੇ ਹਿਸਾਬ ਮੰਗਣਾ, ਜਿਹੜੀਆਂ ਇਹ ਸੋਚ ਕੇ ਬੈਠੀਆਂ ਸੀ ਕਿ ਹਰ ਮਹੀਨੇ 1000 ਰੁਪਇਆ ਉਹਨਾਂ ਦੇ ਖਾਤੇ ਵਿੱਚ ਆਏਗਾ, ਹਰ ਬੇਰੁਜ਼ਗਾਰ ਨੂੰ 3000 ਰੁਪਇਆ ਮਿਲੇਗਾ। ਇੱਦਾਂ ਦੀ ਗੱਲਾਂ ਉਹ ਸੋਚ ਕੇ ਬੈਠੇ ਸੀ, ਮੁਫਤ ਇਲਾਜ ਮਿਲੇਗਾ, ਸਾਰਾ ਕੁਝ ਜੀ ਮਿਲੇਗਾ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਲੋਕਾਂ ਨੇ ਇਹਨਾਂ ਕੋਲੋਂ ਜਵਾਬ ਮੰਗਣੇ ਆ। ਸੋ ਇਸ ਕਰਕੇ ਜੇ ਉਹ ਪੰਜਾਬ ਉਹਨਾਂ ਰੈਵਨਿਊ ਜਨਰੇਟ ਤੇ ਕਰ ਪਾਇਆ ਹੀ ਨਹੀਂ, ਤੇ ਫਿਰ ਆਟੋਮੈਟਿਕਲੀ ਲੋਡ ਵਧਿਆ, ਤੇ ਫਿਰ ਇਹਨਾਂ ਨੂੰ ਸੈਂਟਰਲ ਸਿਸਟਮ ਦੇ ਉੱਤੋਂ ਜਾਂ ਹੋਰ ਅਦਾਰਿਆਂ ਤੋਂ ਜਿਹੜਾ ਵੱਡੀ ਲੈਵਲ ਦੇ ਉੱਤੇ ਲੋਨ ਲੈ ਕੇ ਹੀ ਇਹ ਕੰਮ ਇਹਨਾਂ ਨੂੰ ਸਿਰੇ ਲਾਉਣੇ ਪੈਣੇ ਆ, ਜੋ ਕਿ ਸਾਨੂੰ ਅਜੇ ਕਿਤੇ ਵੀ ਮੁਨਾਸਿਬ ਔਰ ਪ੍ਰਤੱਖ ਹੁੰਦਾ ਨਜ਼ਰ ਨਹੀਂ ਆ ਰਿਹਾ। ਪਵਨ ਜੀ, ਤੁਸੀਂ ਆਪਣੀ ਗੱਲਬਾਤ ਵਿੱਚ ਇੱਕ ਗੱਲ ਕੀਤੀ ਕਿ ਜਿਹੜੇ ਵੱਡੇ ਵੱਡੇ ਬਿਜ਼ਨਸਮੈਨ ਬਾਹਰ ਭੱਜ ਗਏ ਨੇ ਭਾਰਤ ਦਾ ਪੈਸਾ ਲੈ ਕੇ, ਕਿਤੇ ਨਾ ਕਿਤੇ ਪੋਲੀਟੀਕਲ ਵਿਲ ਉਹਨਾਂ ਦੇ ਨਾਲ ਹੈ, ਪੋਲੀਟੀਕਲ ਵਿਲ ਉਹਨਾਂ ਨੂੰ ਸਪੋਰਟ ਕਰਦੀ ਹੈ। ਇਸ ਕਰਕੇ ਇਹਨਾਂ ਦੀ ਆਪਸ ਦੇ ਵਿੱਚ ਕੋਈ ਸ਼ੇਕ ਐਂਡ ਹੋਈ ਪਾਲਿਸੀ ਹੈ ਜੋ ਆਫ ਦਾ ਕੈਮਰਾ ਹੈ, ਜੋ ਕਿਸੇ ਨੂੰ ਪਤਾ ਨਹੀਂ, ਪਰਦੇ ਦੇ ਪਿੱਛੇ ਦੀ ਗੱਲ ਹੈ। ਔਰ ਕਈ ਪੋਲੀਟੀਸ਼ੀਅਨਸ ਦੀ ਇਹਨਾਂ ਵੱਡੇ ਵੱਡੇ ਬਿਜ਼ਨਸਮੈਨ ਨਾਲ ਜਿਹੜੇ ਬਾਹਰ ਚਲੇ ਗਏ ਨੇ ਇੰਡੀਆ ਦਾ ਪੈਸਾ ਲਾ ਕੇ, ਦੋਸਤੀ ਹੈ, ਕੋਈ ਸਿਆਸੀ ਦੋਸਤੀ ਹੈ, ਕੋਈ ਵਪਾਰਿਕ ਦੋਸਤੀ ਹੈ, ਜੋ ਕਿਤੇ ਨਾ ਕਿਤੇ ਇਹ ਦੋਵਾਂ ਧਿਰਾਂ ਨੂੰ ਫਾਇਦਾ ਦਿੰਦੀ ਹੈ, ਵਿਨ ਵਿਨ ਸਿਚੁਏਸ਼ਨ ਦਿੰਦੀ ਹੈ। ਉਹਨਾਂ ਨੂੰ ਬਿਜ਼ਨਸ 'ਚ ਪ੍ਰੋਫਿਟ ਦਿੰਦੀ ਹੈ ਜਿਹੜੇ ਬਿਜ਼ਨਸਮੈਨ ਨੇ, ਤੇ ਪੋਲੀਟੀਕਲ ਲੀਡਰਸ ਨੂੰ ਸੱਤਾ ਵਿੱਚ ਬਣੇ ਰਹਿਣ ਵਿੱਚ ਮਦਦ ਕਰਦੀ ਹੈ, ਚਾਹੇ ਉਹ ਪਾਰਟੀ ਫੰਡਸ ਹੋਣ ਜਾਂ ਕਿਸੇ ਹੋਰ ਤਰ੍ਹਾਂ ਦਾ ਵੀ ਕੋਈ ਹੋਰ ਮਦਦ ਦਾ ਵਸੀਲਾ ਹੋਵੇ। ਸੋ ਅਸੀਂ ਇਹ ਗੱਲ ਆਪਾਂ ਡਿਸਕਸ ਕੀਤੀ, ਤੁਸੀਂ ਇਸ ਗੱਲ ਦੇ ਉੱਤੇ ਵੀ ਰੋਸ਼ਨੀ ਪਾਈ। ਨਾਲ ਦੀ ਨਾਲ ਇੱਕ ਹੋਰ ਚੀਜ਼ ਆਉਂਦੀ ਹੈ, ਐਕਸਪਰਟਸ ਕਈ ਇਹ ਮੰਨਦੇ ਨੇ ਕਿ 8 ਤੋਂ 10 ਜਾਂ 20% ਲੋਕ ਹੀ ਹੁੰਦੇ ਨੇ ਕਿਸੇ ਵੀ ਪਾਰਟੀ ਦੇ ਵਿੱਚ ਜੋ ਸਭ ਕੁਝ ਡੀਪਲੀ ਜਾਣਦੇ ਹੁੰਦੇ ਨੇ, ਗਹਿਰਾਈ 'ਚ ਜਾਣਦੇ ਨੇ, ਸਮਝਦੇ ਨੇ, ਉਸ ਮਹਿਕਮੇ ਨੂੰ ਸਮਝਦੇ ਨੇ ਜਿਸ ਮਹਿਕਮੇ ਦੇ ਉਹ ਵਜ਼ੀਰ ਬਣਦੇ ਨੇ, ਮਿਨਿਸਟਰ ਬਣਦੇ ਨੇ, ਜਾਂ ਦੇਸ਼ ਦੇ ਹਾਲਾਤ ਨੂੰ, ਜਾਂ ਦੇਸ਼ ਦੇ ਸੰਵਿਧਾਨ ਨੂੰ, ਜਾਂ ਦੇਸ਼ ਦੀ ਇਕਨੋਮੀ ਨੂੰ, ਦੇਸ਼ ਦੇ ਵੱਖ-ਵੱਖ ਜਿਹੜੇ ਹਿੱਸੇ ਨੇ, ਵੱਖ-ਵੱਖ ਜਿਹੜੇ ਪੱਖ ਨੇ, ਉਹਨਾਂ ਨੂੰ ਗਹਿਰਾਈ ਨਾਲ ਸਮਝਦੇ ਨੇ। ਉਹ 10 ਤੋਂ 20% ਹੀ ਹੁੰਦੇ ਨੇ। ਬਾਕੀ ਜਿਹੜੇ 80% ਹੁੰਦੇ ਨੇ, ਉਹ ਤਾਂ ਸਿਰਫ ਇੰਨਾ ਹੀ ਪਤਾ ਹੁੰਦਾ ਕਿ ਇੱਦਾਂ ਅਸੀਂ ਸੱਤਾ 'ਚ ਆਉਣਾ, ਇੱਦਾਂ ਅਸੀਂ ਇਲੈਕਸ਼ਨ ਜਿੱਤਣੀਆਂ ਨੇ, ਇੱਦਾਂ ਅਸੀਂ ਵਜ਼ੀਰ ਬਣਨਾ, ਇੱਦਾਂ ਅਸੀਂ ਵਜ਼ਾਰਤ ਹਾਸਿਲ ਕਰਨੀ ਹੈ। ਉਹਨਾਂ ਨੂੰ ਜੇ ਦੇਸ਼ ਦੇ ਹਾਲਾਤਾਂ ਦੇ ਬਾਰੇ ਗੱਲ ਕਰੋ, ਇਕਨੋਮੀ ਬਾਰੇ ਗੱਲ ਕਰੋ, ਜਾਂ ਹੋਰ ਜਿਹੜੇ ਦੇਸ਼ ਨੂੰ ਐਡਮਿਨਿਸਟ੍ਰੇਸ਼ਨ ਦੇ ਮੈਟਰਸ ਨੇ ਉਹਨਾਂ ਬਾਰੇ ਗੱਲ ਕਰੋ, ਉਹਨਾਂ ਨੂੰ ਨਹੀਂ ਪਤਾ ਹੁੰਦਾ ਗਹਿਰਾਈ ਦੇ ਵਿੱਚ, ਉਹ ਕੁਝ ਜਾਣਦੇ ਨਹੀਂ ਹੁੰਦੇ ਇਸ ਬਾਰੇ, ਕਿਉਂਕਿ ਉਹਨਾਂ ਦਾ ਕੋਈ ਧਿਆਨ ਹੀ ਨਹੀਂ ਹੁੰਦਾ। ਕਾਰਨ ਉਹਦਾ ਇਹ ਵੀ ਹੈ ਕਿ ਉਹਨਾਂ ਦਾ ਜਿਹੜਾ ਪਿਛੋਕੜ ਹੈ ਉਹ ਕਈ ਵਾਰ ਹਿਸਟਰੀ ਸ਼ੀਟਰਸ, ਕ੍ਰਿਮੀਨਲ ਬੈਕਗਰਾਊਂਡ ਤੋਂ ਨੇ, ਉਹਨਾਂ ਦੇ ਖਿਲਾਫ ਕੇਸਿਸ ਵੀ ਚੱਲਦੇ ਨੇ। ਸੋ ਐਸੇ ਬੰਦਿਆਂ ਦਾ ਕੀ ਵਿਜ਼ਨ ਹੋ ਸਕਦਾ ਹੈ, ਔਰ ਉਹ ਕੀ ਕਾਰਗੁਜ਼ਾਰੀ ਦੇ ਸਕਦੇ ਨੇ ਸੱਤਾ 'ਚ ਆ ਕੇ, ਔਰ ਮਿਨਿਸਟਰ ਬਣ ਕੇ ਕੀ ਸੋਚ ਸਕਦੇ ਨੇ, ਕਿਉਂਕਿ ਉਹਨਾਂ ਦਾ ਵਿਜ਼ਨ ਕੀ ਹੋ ਸਕਦਾ, ਕਿਉਂਕਿ ਉਹ ਆਪ ਹੀ ਕ੍ਰਿਮੀਨਲ ਬੈਕਗਰਾਊਂਡ ਤੋਂ ਨੇ, ਉਹਨਾਂ ਦੇ ਉੱਤੇ ਕੇਸਿਸ ਚੱਲਦੇ ਨੇ। ਇਹ ਵੀ ਮਾਹਿਰ ਮੰਨਦੇ ਨੇ ਕਿ ਇਹ ਵੀ ਇੱਕ ਤਰਾਸਦੀ ਹੈ ਭਾਰਤ ਦੀ ਰਾਜਨੀਤੀ ਦੀ। ਸੋ ਕੁੱਲ ਮਿਲਾ ਕੇ ਗੱਲ ਇਹ ਹੋਈ ਕਿ ਇੱਕ ਪਾਸੇ ਉਹ ਬੰਦੇ ਨੇ ਜਿਹੜੇ ਮਤਲਬ ਉਹ ਕਾਬਲੀਅਤ ਨਹੀਂ ਰੱਖਦੇ ਕਿ ਦੇਸ਼ ਨੂੰ ਕਿਵੇਂ ਚਲਾਉਣਾ ਹੈ, ਪਰ ਉਹ ਸੱਤਾ 'ਚ ਆਏ ਹੋਏ ਨੇ, ਕਿਸੇ ਵੀ ਤਰੀਕੇ ਨਾਲ ਆਏ ਹੋਏ ਨੇ, ਇਹ ਮਾਹਿਰ ਬੰਦੇ ਨੇ। ਤੇ ਦੂਜੇ ਲੋਕ ਜਿਹੜੇ ਕਾਬਿਲ ਨੇ, ਸਭ ਕੁਝ ਜਾਣਦੇ, ਸਭ ਕੁਝ ਸਮਝਦੇ ਨੇ, ਉਹ ਦੇਸ਼ ਨੂੰ, ਸੂਬੇ ਨੂੰ ਇੱਦਾਂ ਚਲਾਉਂਦੇ ਨੇ ਜਿਵੇਂ ਇੱਕ ਕੰਪਨੀ ਚਲਾਈ ਜਾਂਦੀ ਹੈ, ਪ੍ਰੋਫਿਟ ਅਰਨ ਕਰਨ ਵਾਸਤੇ, ਫਾਇਦਾ ਕਮਾਉਣ ਵਾਸਤੇ, ਮੁਨਾਫਾ ਲੈਣ ਵਾਸਤੇ। ਇਸ ਤਰ੍ਹਾਂ ਚਲਾਉਂਦੇ ਨੇ ਦੇਸ਼ ਨੂੰ, ਸੂਬੇ ਨੂੰ, ਜਿਵੇਂ ਇੱਕ ਕੰਪਨੀ, ਪ੍ਰਾਈਵੇਟ ਕੰਪਨੀ ਚਲਾਈ ਜਾਂਦੀ ਹੈ। ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਬੜਾ ਇੰਪੋਰਟੈਂਟ ਸਿਨੈਰੀਓ ਸਾਡੇ ਦੇਸ਼ ਦੇ ਵਿੱਚ ਸਾਡੇ ਸਾਹਮਣੇ ਆਉਂਦਾ ਕਿ ਰਾਈਟ ਮੈਨ ਫॉर ਰਾਈਟ ਜੌਬ ਦੀ ਗੱਲ ਜਿਹੜੀ ਆ ਉਹ ਲੋਅਰ ਸਟ੍ਰੈਟਾ ਲਈ ਹੀ ਕੀਤੀ ਜਾਂਦੀ ਹੈ, ਪੜ੍ਹੇ ਲਿਖੇ ਲੋਕਾਂ ਲਈ ਹੀ ਕੀਤੀ ਜਾਂਦੀ ਹੈ। ਪਰ ਜਿੱਥੇ ਗੱਲ ਆ ਜਾਂਦੀ ਹੈ ਵੱਡੀਆਂ ਪੋਸਟ ਹਾਸਿਲ ਕਰਨ ਦੀ, ਜਿੱਥੇ ਅਨਡਿਜ਼ਰਵਿੰਗ ਲੋਕ
ਇਹਨਾਂ ਸੀਟਸ ਦੇ ਉੱਤੇ ਬੈਠਦੇ। ਤੁਸੀਂ ਦੇਖੋ ਕਿ ਦੇਸ਼ ਦੇ ਵਿੱਚ ਸਾਡੇ ਕ੍ਰਿਕਟ ਦਾ ਕਿੰਨਾ ਵੱਡਾ ਚਲਨ ਹੈਗਾ। ਜੀ BCCI ਕਿੱਡਾ ਵੱਡਾ ਅਦਾਰਾ ਮੰਨਿਆ ਜਾਂਦਾ। ਦੋ ਇਟ ਇਜ਼ ਅ ਪ੍ਰਾਈਵੇਟ ਬਾਡੀ, ਨਾਟ ਅ ਸਟੇਟ, ਨਾਟ ਅ ਗਵਰਨਮੈਂਟ ਬਾਡੀ। ਪਰ ਤੁਸੀਂ ਇੱਕ ਦੇਖੋ ਕਿ ਉਹਦੇ ਵਿੱਚ ਕਿੰਨੇ ਐਸੇ ਅਹੁਦੇਦਾਰ ਹੈਗੇ ਆ, ਵੱਡੀ ਪਾਵਰਫੁਲ ਪੋਜੀਸ਼ਨ ਦੇ ਵਿੱਚ ਹੈਗੇ ਆ, ਜਿਨ੍ਹਾਂ ਦੇ ਕੋਈ ਰਿਸ਼ਤੇਦਾਰ, ਕੋਈ ਪਿਤਾ, ਕੋਈ ਹੋਰ ਜਿਹੜਾ ਉਹ ਸੈਂਟਰ ਦੇ ਵਿੱਚ ਮੰਤਰੀ ਨੇ। ਤੁਸੀਂ ਇਹ ਦੇਖੋ ਕਈ ਲੀਡਰ ਜਿਹੜੇ ਆ ਕੇਂਦਰ ਦੇ ਵਿੱਚ ਮੰਤਰੀ ਰਹੇ, ਰਾਜ ਸਭਾ ਦੇ ਰਹੇ, ਲੋਕ ਸਭਾ ਦੇ ਵਿੱਚ ਰਹੇ। ਉਹ ਕਦੀ ਦਿੱਲੀ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਹੁੰਦੇ, ਕਦੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਹੁੰਦੇ। ਉਹਨਾਂ ਦਾ ਕ੍ਰਿਕਟ ਦੇ ਨਾਲ ਲੈਣਾ ਦੇਣਾ ਹੀ ਨਹੀਂ ਹੁੰਦਾ, ਉਹਨਾਂ ਨੇ ਕਦੀ ਬੈਟ ਵੀ ਨਹੀਂ ਫੜਿਆ ਹੁੰਦਾ। ਤੁਸੀਂ ਇਹ ਗੱਲ ਨੂੰ ਵੀ ਸਮਝ ਲਓ। ਹੁਣ ਵੀ ਜਿਹੜੇ BCCI ਦੇ ਪਾਵਰਫੁਲ ਪੋਜੀਸ਼ਨ ਦੇ ਵਿੱਚ ਬੈਠੇ ਆ, ਉਹਨਾਂ ਨੂੰ ਤੇ ਬੋਲਣਾ ਵੀ ਚੰਗੀ ਤਰ੍ਹਾਂ ਨਹੀਂ ਆਉਂਦਾ, ਬੈਟ ਫੜਨਾ ਚੰਗੀ ਤਰ੍ਹਾਂ ਨਹੀਂ ਆਉਂਦਾ, ਉਹਨਾਂ ਨੂੰ ਕ੍ਰਿਕਟ ਬਾਰੇ ਕੋਈ ABC ਵੀ ਨਹੀਂ ਪਤਾ। ਪਰ ਸਭ ਤੋਂ ਵੱਡੀਆਂ ਪਾਵਰਫੁਲ ਪੋਜੀਸ਼ਨ ਤੇ ਉਹ ਬੈਠੇ ਆ, ਸਿਲੈਕਟਰਸ ਨੂੰ ਉਹ ਸਿਲੈਕਟ ਕਰਦੇ ਆ। ਇਸ ਕਰਕੇ ਤੁਸੀਂ ਦੇਖੋ ਫਿਰ ਉਸ ਦੇਸ਼ ਦਾ ਤਰੱਕੀ ਵੱਲ ਫਿਰ ਕਿਵੇਂ ਜਾਣਾ, ਜੇ ਰਾਜਨੀਤੀ ਹਰ ਗੱਲ ਦੇ ਉੱਤੇ ਹਾਵੀ ਹੋਣੀ ਹੈ। ਪੰਜਾਬ ਦੇ ਵਿੱਚ ਵੀ ਏਦਾਂ ਦੇ ਕਈ ਮੰਤਰੀ ਬਣਾਏ ਗਏ ਜਿਨ੍ਹਾਂ ਨੂੰ ਇੱਲ ਦਾ ਨਾਮ ਕੋਕੋ ਨਹੀਂ ਆਉਂਦਾ, ਜਿਹੜੇ ਨਾਂ ਤੇ ਉਹਨੇ ਕੈਪੇਬਲ ਨੇ। ਦੇਖੋ ਪੰਜਾਬ ਦੇ ਵਿੱਚ ਇੱਕ IPS ਲੈਵਲ ਦਾ ਅਧਿਕਾਰੀ, ਫਾਰਮਰ IG, ਜਿਹਨੇ ਰਿਜ਼ਾਈਨ ਕਰਕੇ ਇਲੈਕਸ਼ਨ ਲੜੀ, ਅੱਛੀ ਲੀਡ ਤੋਂ ਜਿੱਤ ਗਿਆ, ਉਸ ਨੂੰ ਮਿਨਿਸਟਰ ਨਹੀਂ ਬਣਾਇਆ। ਪਰ ਇੱਕ ਬਹੁਤ ਘੱਟ ਪੜ੍ਹੇ ਮੰਤਰੀ ਨੂੰ ਮੰਤਰੀ ਬਣਾਇਆ ਗਿਆ, ਇੱਕ ਵਿਅਕਤੀ ਨੂੰ ਜਿਹੜਾ SHO ਰੈਂਕ ਤੋਂ ਰਿਟਾਇਰ ਹੋਇਆ। ਕਈ 10 ਪੜ੍ਹੇ ਮੰਤਰੀ ਵੀ ਤੁਰੇ ਫਿਰਦੇ ਆ, ਕਈ ਸੱਭਿਆਚਾਰਕ ਗਰੁੱਪਾਂ ਨਾਲ ਜੁੜੇ ਹੋਏ, ਕਲਾਕਾਰੀ ਦੇ ਨਾਲ ਜੁੜੇ ਹੋਏ। ਮੈਂ ਨਹੀਂ ਕਹਿੰਦਾ ਕਿ ਕਲਾਕਾਰੀ ਨਾਲ ਜੁੜੇ ਹੋਏ ਲੋਕ ਡਿਜ਼ਰਵਿੰਗ ਨਹੀਂ ਹੁੰਦੇ ਜਾਂ ਕੈਪੇਬਲ ਨਹੀਂ ਹੁੰਦੇ, ਪਰ ਉਹਨਾਂ ਕੋਲ ਕਿਸੇ ਤਰ੍ਹਾਂ ਦਾ ਕੋਈ ਐਕਸਪੀਰੀਅੰਸ ਤੇ ਹੋਵੇ, ਕੋਈ ਏਦਾਂ ਦੀ ਗੱਲ ਤੇ ਉਹਨਾਂ ਨੇ ਕੀਤੀ ਹੋਵੇ ਜਿੱਥੋਂ ਸਮਝ ਆਵੇ ਕਿ ਲੋਕ ਸੇਵਾ ਕੀਤੀ ਹੈ, ਲੋਕਾਂ ਦੀ ਹਿੱਤ ਦੀ ਗੱਲ ਕੀਤੀ। ਸਿਰਫ ਤੋਤੇ ਵਾਂਗੂ ਰੱਟਣਾ, ਪਿੱਛੋਂ ਬੜੇ ਬਣਾਏ ਬਿਆਨ ਆਉਣੇ ਤੇ ਉਹ ਬੋਲ ਦੇਣੇ ਅੱਗੇ ਆ ਕੇ। ਤੇ ਜਿਹੜਾ ਉਹਨਾਂ ਨੂੰ ਯੈਸ ਮੈਨ, ਉਹ ਕਹਿੰਦੇ ਨਾ, ਅ ਕਿੰਗ ਲਵਸ ਦੀ ਕੰਪਨੀ ਆਫ ਫੂਲਸ, ਕਿ ਰਾਜੇ ਨੂੰ ਤੇ ਮੂਰਖ ਪਸੰਦ ਆ, ਡਮੀ ਕ੍ਰੀਏਟ ਕਰਕੇ ਰੱਖਦੇ ਆ। ਫਿਰ ਜਦੋਂ ਇਦਾਂ ਦੇ ਰੱਖਣਗੇ, ਇਦਾਂ ਦੇ ਲੋਕਾਂ ਨੂੰ ਮਿਨਿਸਟਰ ਬਣਾਉਣਗੇ, ਤੇ ਪੰਜਾਬ ਦੀ ਤਰੱਕੀ ਨਹੀਂ ਹੋਣ ਵਾਲੀ। ਇੰਨਾ ਉੱਪਰ ਟੌਪ ਰਾਸ ਟੌਪ ਨੂੰ ਲੋਕਾਂ ਦੀ ਆਪਣੀ ਹੀ ਤਰੱਕੀ ਹੋਣ ਵਾਲੀ ਹੈ। ਇਹ ਉਹਨਾਂ ਲੋਕਾਂ ਨੂੰ ਹੀ ਆਲੇ ਦੁਆਲੇ ਲਾਉਂਦੇ ਆ ਜਿਨ੍ਹਾਂ ਤੋਂ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਪੈਦਾ ਨਾ ਹੋਵੇ। ਜੇ ਪੰਜਾਬ ਦੀ ਅਸੀਂ ਗੱਲ ਕਰੀਏ, ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਵਿੱਚ ਬਹੁਤ ਸਾਰੇ, ਇੱਕ ਮੰਤਰੀ, ਟਰਾਂਸਪੋਰਟ ਮੰਤਰੀ ਇੱਕ ਨੂੰ ਪੋਰਟਫੋਲੀਓ ਦਿੱਤਾ ਗਿਆ, ਉਹ ਸ਼ੇਖੀਆਂ ਮਾਰਦਾ, ਦਹਾੜਦਾ, ਸਿਕਿਉਰਿਟੀ ਦੀ ਗੱਡੀਆਂ, ਸਕਾਟਸ ਨਾਲ ਲੈ ਕੇ ਗੱਡੀ ਦੇ ਉੱਤੇ ਖੜਾ ਹੋ ਕੇ ਭੰਗੜਾ ਪਾ ਪਾ ਕੇ ਵੀਡੀਓ ਬਣਾਉਂਦਾ, ਰੀਲਸ ਬਣਾਉਂਦਾ। ਕੋਈ ਮੰਤਰੀ ਆ ਜਿਹਦੀਆਂ ਵੈਪਨਸ ਦੇ ਨਾਲ ਫੋਟੋਆਂ ਵਾਇਰਲ ਹੋ ਰਹੀਆਂ, ਜਿਹਦਾ ਅਸਲ ਦੇ ਵਿੱਚ ਪਬਲਿਕ ਸਰਵਿਸ ਦੇ ਨਾਲ ਕੋਈ ਉਹਨਾਂ ਦਾ ਸੰਬੰਧ ਹੈ ਹੀ ਨਹੀਂ। ਐਗਜ਼ੈਕਟਲੀ। ਕੋਈ ਮੰਤਰੀ ਆ ਜਿਹੜਾ ਕਿਸੇ ਨੂੰ ਧਮਕਾਉਣ ਦੇ, ਫਰੌਤੀ ਲੈਣ ਦੇ, ਇਦਾਂ ਦੀਆਂ ਗੱਲਾਂ ਦੇ ਵਿੱਚ ਸ਼ਾਮਲ ਸੀ। ਕੁਝ ਜਿੱਦਾਂ ਦਾ ਬੰਦੇ MLA ਬਣ ਕੇ ਜਲੰਧਰ ਹਲਕੇ ਤੋਂ ਹੀ ਕਹਿ ਸਕਦੇ ਆ ਕਿ ਜਿਨ੍ਹਾਂ ਦੇ ਉੱਤੇ ਬੱਚਿਆਂ ਨਾਲ ਬੁਰਾ ਵਿਵਹਾਰ ਕਰਨ ਦੇ ਕੇਸਿਸ ਦਰਜ ਨੇ, ਔਨ ਰਿਕਾਰਡ FIR ਦਰਜ ਨੇ ਸਰਕਾਰੀ ਰਿਕਾਰਡ ਦੇ ਵਿੱਚ, ਜਿਨ੍ਹਾਂ ਦੇ ਉੱਤੇ ਜੁਆਰੀਆ ਹੋਣ ਦਾ ਰਿਕਾਰਡ ਦਰਜ ਹੈ, ਜੂਆ ਖਿਡਾਉਣ ਦਾ, ਖੇਡਣ ਦਾ ਕੇਸਿਸ ਦਰਜ ਨੇ। ਸੋ ਫਿਰ ਜੇ ਇਦਾਂ ਦੇ ਲੋਕ ਸਾਹਮਣੇ ਆਉਣਗੇ, ਫਿਰ ਇਹ ਪੈਸਾ ਇਕੱਠਾ ਕਰਨਗੇ, ਲੋਕਾਂ ਨੂੰ ਹੋਰ ਨਜ਼ਰ ਦੇ ਨਾਲ ਦੇਖਣਗੇ। ਲੋਕ ਭਲਾਈ ਵਾਲੀ ਗੱਲ ਤੇ ਇਹਨਾਂ ਦੇ ਵਿੱਚ ਕੋਈ ਵੀ ਨਜ਼ਰ ਨਹੀਂ ਆ ਰਹੀ। ਇਹਦੇ ਪਿੱਛੇ ਕਾਰਨ ਕੀ ਹੈ? ਕਾਰਨ ਫਿਰ ਉਹੀ ਹੈ ਕਿ ਜਿਹੜੇ ਵੱਡੇ ਲੀਡਰ ਹੈ ਉਹ ਆਪਣੇ ਫੇਵਰਟ ਬੰਦਿਆਂ ਨੂੰ, ਡਮੀ ਬੰਦਿਆਂ ਨੂੰ ਕ੍ਰੀਏਟ ਕਰਕੇ ਉੱਥੇ ਬਿਠਾਉਂਦੇ ਆ ਕਿ ਜਿਹੜੇ ਸਾਰੀ ਉਮਰ ਉਹਦਾ ਧੰਨਵਾਦ ਹੀ ਕਰਦੇ ਰਹਿ ਜਾਣ। ਫਰਸੇ ਜੇ ਕੇਜਰੀਵਾਲ ਨੇ ਕਿਸੇ ਨੂੰ ਲਾਇਆ ਤੇ ਉਹ ਸਾਰੀ ਉਮਰ ਇਹ ਵੀ ਕਹਿੰਦੇ ਰਹਿਣ ਕਿ ਸਾਡਾ ਕੇਜਰੀਵਾਲ ਹੀ ਮਾਈ ਬਾਪ ਹੈ। ਜੇ ਉੱਪਰ ਕੋਈ ਵੱਡਾ ਲੀਡਰ ਕਿਸੇ ਕੇਂਦਰੀ ਪਾਰਟੀ ਨੇ ਲਾਤਾ ਤੇ ਉਹ ਵੀ ਕਹਿੰਦਾ ਰਹੇ ਕਿ ਫਲਾਣਾ ਲੀਡਰ ਹੀ ਸਾਡਾ ਮਾਈ ਬਾਪ ਹੈ। ਮੈਂ ਕ੍ਰਿਕਟ ਤੋਂ ਇੱਕ ਗੱਲ ਕੀਤੀ ਹੈ, ਤੁਸੀਂ ਸਮਝ ਸਕਦੇ ਹੋ ਕਿ ਬੜੇ ਏਦਾਂ ਦੇ ਉਹਦੇ ਵਿੱਚ ਲੋਕ ਹੈਗੇ ਆ ਜਿਹੜੇ ਸਿਆਸੀ ਸਿਸਟਮ ਦੇ ਨਾਲ ਸੰਬੰਧਿਤ ਹੈਗੇ। ਸੋ ਇਸ ਕਰਕੇ ਸੰਜੀਵ ਜੀ, ਇਹ ਕਰਨਾ ਲੀਡਰਾਂ ਦੀ ਫਿਤਰਤ ਹੈ। ਲੀਡਰ ਜਾਣਬੁੱਝ ਕੇ ਕਰਦੇ ਆ, ਲੀਡਰ ਡਮੀ ਬੰਦੇ ਖੜੇ ਕਰਦੇ ਆ ਤਾਂ ਕਿ ਉਹਨਾਂ ਦੀ ਦੂਸਰੇ ਮਹਿਕਮਿਆਂ ਦੇ ਵਿੱਚ ਵੀ ਚੱਲੇ ਔਰ ਕੋਈ ਉਹਨਾਂ ਤੋਂ ਪੁੱਛੇ ਬਗੈਰ ਇੱਕ ਕਦਮ ਵੀ ਨਾ ਪੁੱਟੇ। ਉਹ ਇਹ ਨਹੀਂ ਵੇਖਦੇ ਕਿ ਜੇ ਡਿਜ਼ਰਵਿੰਗ ਨਹੀਂ ਹੈਗਾ ਤੇ ਪੰਜਾਬ ਦੇ ਲੋਕਾਂ ਦਾ ਜਾਂ ਦੇਸ਼ ਦੇ ਲੋਕਾਂ ਦਾ ਕਿਤੇ ਨੁਕਸਾਨ ਤਾਂ ਨਹੀਂ ਹੋ ਜੂ। ਤੁਸੀਂ ਆਪੇ ਹੀ ਦੇਖ ਲਓ ਕਿ ਆ ਹੈਲਥ ਸਿਸਟਮ ਦੇ ਵਿੱਚ ਵੀ ਮੰਤਰੀ ਜੋੜਾ ਮਾਜਰਾ ਕਦੀ ਗੱਦਿਆਂ ਤੋਂ ਲੜ ਪਏ VC ਦੇ ਨਾਲ। ਤੁਸੀਂ ਇਹ ਗੱਲ ਦੱਸੋ ਕਿ ਉਸ ਤੋਂ ਬਾਅਦ ਜੇ ਉਹ VC ਹਟਾ ਦਿੱਤਾ ਗਿਆ ਜਾਂ ਉਹਨਾਂ ਨੇ ਛੱਡ ਦਿੱਤਾ ਜਾਂ ਗੱਦੇ ਉੱਤੇ ਚੇਂਜ ਹੋ ਗਏ, ਕੀ ਸਿਹਤ ਸੁਵਿਧਾਵਾਂ ਦੇ ਵਿੱਚ ਸੁਧਾਰ ਹੋ ਗਿਆ? ਇਹਨਾਂ ਦੀ ਮੁਹੱਲਾ ਕਲੀਨਿਕ ਸਗੋਂ ਜਿਹੜੇ ਸਰਕਾਰੀ ਡਿਸਪੈਂਸਰੀ ਸੀ ਉੱਥੇ ਤੇ ਦਵਾਈਆਂ ਹੀ ਆਉਣੀਆਂ ਬੰਦ ਹੋ ਗਈਆਂ। ਪਰ ਮੁਹੱਲਾ ਕਲੀਨਿਕ ਦਾ ਮਤਲਬ ਮੁਹੱਲਾ ਕਲੀਨਿਕ ਨਹੀਂ ਹੈਗਾ, ਉਹਨੂੰ ਤੁਸੀਂ ਕਹਿ ਸਕਦੇ ਹੋ ਕਿ ਹਲਕਾ ਕਲੀਨਿਕ। ਕੀ ਵਿਧਾਨ ਸਭਾ ਹਲਕੇ ਦੇ ਵਿੱਚ 1 ਜਾਂ 2 ਖੋਲ ਦਿੱਤੇ, ਮੁਹੱਲੇ ਤਾਂ ਪੰਜਾਬ ਦੇ ਵਿੱਚ ਪਿੰਡਾਂ ਵਿੱਚ ਪਤਾ ਹੀ ਨਹੀਂ ਕਿੰਨੇ ਹੋਣਗੇ ਜੀ। ਸੋ ਇਸ ਕਰਕੇ ਮੁਹੱਲਾ ਕਲੀਨਿਕ ਉਹਦਾ ਰਾਈਟ ਨੇਮ ਨਹੀਂ ਹੈਗਾ। ਉਹ 1 ਜਾਂ 2 ਖੋਲ ਦਿੱਤੇ, ਕੁਝ ਕੁ ਲੋਕ ਉੱਥੇ ਆਉਂਦੇ ਆ, ਸਰਕਾਰੀ ਡਿਸਪੈਂਸਰੀਆਂ ਨਾਲ ਦਵਾਈਆਂ ਬੰਦ ਕਰ ਦਿੱਤੀਆਂ। ਪੰਜਾਬ ਦੇ ਵਿੱਚ ਆਯੁਸ਼ਮਾਨ ਸਕੀਮ ਨਹੀਂ ਚੱਲ ਰਹੀ,
ਸੈਂਟਰ ਦੇ ਜਿਹੜੇ ਜਾਂ ਹਸਪਤਾਲ ਦੇ ਜਿਹੜੇ ਸਟੇਟ ਗਵਰਨਮੈਂਟ ਨੇ ਪੈਸੇ ਜਮ੍ਹਾਂ ਕਰਾਉਣੇ ਹੁੰਦੇ ਆ ਉਹ ਨਹੀਂ ਕਰਾਏ। ਤਾਂ ਸਾਰੀਆਂ ਸਕੀਮ ਜਿਹੜੀਆਂ ਕਲੈਪਸ ਦੇ ਵਿੱਚ ਆ, ਲੋਕ ਅਸਮੰਜਸ ਦੇ ਵਿੱਚ ਫਸੇ ਆ। ਤੁਸੀਂ ਆਪ ਇਹ ਗੱਲ ਵੈਰੀਫਾਈ ਕਰ ਲੈਣਾ ਕਿ ਜਿਹੜੇ ਲੋਕ ਆਯੁਸ਼ਮਾਨ ਕਾਰਡ ਦੇ ਸਹਾਰੇ ਆਪਣਾ ਸਰਕਾਰੀ ਅਦਾਰਿਆਂ ਦੇ ਵਿੱਚ ਜਾਂ ਪ੍ਰਾਈਵੇਟ ਅਦਾਰਿਆਂ 'ਚ ਇਲਾਜ ਕਰਾਉਂਦੇ ਸੀ, ਅੱਜ ਉਹਨਾਂ ਦਾ ਆਯੁਸ਼ਮਾਨ ਕਾਰਡ ਦੇ ਉੱਤੇ ਕੋਈ ਵੀ ਇਲਾਜ ਨਹੀਂ ਹੋ ਰਿਹਾ। ਸੋ ਇਸ ਕਰਕੇ ਇਹ ਕਿੱਧਰ ਗਈਆਂ ਪੰਜਾਬ ਦੀਆਂ ਤਰੱਕੀਆਂ, ਕਿੱਧਰ ਗਏ ਜਿਹੜੇ ਲੋਕ ਕਹਿੰਦੇ ਸੀ ਬਿੱਲ ਪਾਰ ਹੋਣੀ ਚਾਹੀਦੀ ਆ। ਉਹੀ ਲੀਡਰ ਜਿਹੜਾ ਦਿੱਲੀ ਵਿੱਚ ਕਹਿੰਦਾ ਸੀ ਕਿ ਜੀ ਸ਼ੀਲਾ ਦੀਕਸ਼ਿਤ ਨੂੰ ਤੇ ਅਸੀਂ ਸਰਕਾਰ ਬਣਦੇ ਸਲਾਖਾਂ ਦੇ ਅੰਦਰ ਭੇਜਾਂਗੇ। ਇਹ ਕਹਿ ਰਹੇ ਸੀ ਪੰਜਾਬ ਦੇ ਵਿੱਚ ਵਿਕਰਮ ਮਜੀਠੀਆ ਫਲਾਣਾ ਜੀ ਉਹ ਤਸਕਰ ਹੈ, ਇਹ ਤਸਕਰ ਹੈ। ਉਹ ਜੇ ਉਹ ਤਸਕਰ ਹੈਗਾ ਤੇ ਉਹਦਾ ਜੁਡੀਸ਼ੀਅਲ ਕਸਟਡੀ ਕਿਉਂ ਨਹੀਂ ਮੰਗੀ ਕੋਰਟ ਦੇ ਵਿੱਚ? ਜਦੋਂ ਜੇਲ੍ਹ ਗਿਆ ਫਿਰ ਕੋਰਟ ਦੇ ਵਿੱਚ ਉਹਦੇ ਖਿਲਾਫ ਸਬੂਤ ਕਿਉਂ ਨਹੀਂ ਰੱਖੇ? ਫਿਰ ਉਹਨੂੰ ਜ਼ਮਾਨਤ ਕਿਵੇਂ ਮਿਲ ਗਈ? ਇਹ ਸਾਰੀਆਂ ਗੱਲਾਂ ਜਿਹੜੀਆਂ ਇਹਨਾਂ ਗੱਲਾਂ ਵਾਸਤੇ ਤਰ੍ਹਾਂ ਦੀ ਕਹਿਣੀ ਔਰ ਕਥਨੀ ਦੇ ਵਿੱਚ ਬੜਾ ਵੱਡਾ ਅੰਤਰ ਹੁੰਦਾ। ਜਿਵੇਂ ਹਾਥੀ ਦੇ ਦੰਦ ਖਾਣ ਲਈ ਹੋਰ ਵਿਖਾਣ ਲਈ ਹੋਰ ਹੁੰਦੇ ਆ। ਇਹਨਾਂ ਦੀਆਂ ਕੋਈ ਵੀ ਗੱਲਾਂ ਪੰਜਾਬ ਦੇ ਲੋਕਾਂ ਨੂੰ ਉਹਨਾਂ ਯਕੀਨ ਨਹੀਂ ਕਰਨਾ ਚਾਹੀਦਾ, ਸਗੋਂ ਇਹਨਾਂ ਦੇ ਉੱਤੇ ਦਬਾਅ ਬਣਾਉਣਾ ਚਾਹੀਦਾ ਕਿ ਇਹ ਜੋ ਇਹਨਾਂ ਨੇ ਵਾਅਦੇ ਕੀਤੇ ਪੂਰੇ ਕਰਨ। ਅਦਰਵਾਈਜ਼ ਲੋਕ ਇਹਨਾਂ ਨੂੰ ਨਕਾਰ ਦੇਣ। ਜੇ ਇਹਨਾਂ ਨੂੰ ਨਕਾਰਨਗੇ, ਇਹਨਾਂ ਨੂੰ ਜੇ ਸਮੇਂ ਸਿਰ ਸਮਝ ਆਵੇ, ਜਿਨ੍ਹਾਂ ਦੀ ਕਿਸਮਤ ਚੰਗੀ ਹੋਏ, ਤੇ ਫਿਰ ਇਹ ਲੋਕਾਂ ਨੂੰ ਉਸ ਸਿਸਟਮ ਦੇ ਵਿੱਚ ਸਹੀ ਤਰੀਕੇ ਨਾਲ ਵਿਚਰਨਾ ਸ਼ੁਰੂ ਕਰ ਦੇਣਗੇ। ਇਸੇ ਕਰਕੇ ਸੰਜੀਵ ਜੀ, ਕੋਈ ਕੇਬਲ ਮਾਫੀਆ ਨਹੀਂ ਬੰਦ ਹੋਇਆ ਪੰਜਾਬ, ਕੋਈ ਡਰੱਗ ਮਾਫੀਆ ਨਹੀਂ ਬੰਦ ਹੋਇਆ। ਦਿਨ ਬ ਦਿਨ ਤੇ ਖਬਰਾਂ ਆ ਰਹੀਆਂ, ਕੋਈ ਸਿਰਿੰਜ ਲਾ ਕੇ ਮਰ ਰਿਹਾ, ਕੋਈ ਓਵਰਡੋਜ਼ ਕਰਕੇ ਮਰ ਰਿਹਾ। ਗੈਂਗਵਾਰ ਕਿੰਨੀ ਪੰਜਾਬ ਦੇ ਵਿੱਚ ਵੱਧ ਗਈ, ਲਗਾਤਾਰ ਮਰਡਰਸ ਹੁੰਦੇ ਹੀ ਜਾ ਰਹੇ ਆ। ਕੋਈ ਬੜਾ ਕੋਈ ਕੰਕਰੀਟ ਏਦਾਂ ਦਾ ਸਟੈਪ ਨਹੀਂ ਲੈ ਪਾ ਰਹੇ। ਹਰ ਚੀਜ਼ ਜਿਹੜੀ ਆ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਇਨਵੈਸਟੀਗੇਟ ਕਰ ਰਿਹਾ, ਫੜ ਰਿਹਾ, ਔਰ ਪੰਜਾਬ ਦੇ ਮਾਮਲੇ 'ਚ ਉਨੀ ਸਫਲਤਾ ਨਾਲ ਹਾਸਲ ਨਹੀਂ ਹੋ ਰਹੀ। ਪੰਜਾਬ ਦੇ ਲੀਡਰ MLAs ਔਰ ਮੰਤਰੀ ਉਹਨਾਂ ਡਿਲੀਵਰ ਨਹੀਂ ਕਰ ਪਾ ਰਹੇ ਜਿੰਨਾ ਕਿਹਾ। ਜ਼ਿਆਦਾ ਦੂਰ ਦੀ ਗੱਲ ਨਹੀਂ, ਅੱਗੇ ਜਨਵਰੀ ਫੈਬਰਵਰੀ ਦੇ ਵਿੱਚ ਚੋਣਾਂ ਆਉਣੀਆਂ, ਤੁਹਾਡੇ ਸਾਹਮਣੇ ਇਹਨਾਂ ਦੀ ਕਾਰਕਰਦਗੀ ਜਿਹੜੀ ਆ ਉਹ ਕਲੀਅਰ ਹੋ ਜਾਣੀ ਆ। ਲੋਕਾਂ ਨੇ ਆਪਣੇ ਆਪ ਇਹਨਾਂ ਕੁਝ ਆਪਣਾ ਸ਼ੁਰੂ ਕਰ ਦੇਣਾ। ਜੀ ਪਵਨ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਇਸ ਵਿਸ਼ੇ ਦੇ ਉੱਤੇ ਤੁਸੀਂ ਸਾਡੇ ਨਾਲ ਆਪਣੀ ਦਿਲ ਦੀ ਗੱਲ ਸਾਂਝੀ ਕੀਤੀ, ਸਾਡੇ ਦਰਸ਼ਕਾਂ ਨਾਲ ਆਪਣੇ ਸਾਰੇ ਮਨ ਦੇ ਵਿਚਾਰ ਸਾਂਝੇ ਕੀਤੇ। ਬਹੁਤ ਬਹੁਤ ਸ਼ੁਕਰੀਆ ਪਵਨ ਜੀ। ਔਰ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਗੁਜ਼ਾਰਿਸ਼ ਕਰਾਂਗੇ ਕਿ ਤੁਸੀਂ ਇਸ ਵਿਸ਼ੇ ਦੇ ਉੱਤੇ ਆਪਣੇ ਵਿਚਾਰ ਜ਼ਰੂਰ ਸਾਨੂੰ ਇਨਬਾਕਸ ਕਰੋ ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।